ਉਹ ਹੈਰਾਨ ਹੁੰਦਾ ਸੀਗਾ ਕਿ ਮੈਂ ਮੁਗਲਾਂ ਵਰਗੀ ਇੱਕ ਤਾਕਤਵਰ ਕੌਮ ਨੂੰ ਝੁਕਾ ਲਿਆ ਤਾਂ ਮੈਂ ਦਿੱਲੀ ਦੇ ਤਖਤ ਤੇ ਵੀ ਜਾ ਬੈਠਿਆ, ਪਰ ਇਹ ਸਿੱਖ ਜਿਹੜੇ ਮੈਨੂੰ ਸਮਝਦੇ ਕੁਝ ਨਹੀਂ। ਜਿਹੜਾ ਸਰਹੰਦ ਦਾ ਸੂਬੇਦਾਰ ਸੀ ਜੈਨ ਖਾਨ ਅਤੇ ਮਲੇਰਕੋਟਲੇ ਦਾ ਸੂਬੇਦਾਰ ਸੀ ਭੀਖਣ ਸ਼ਾਹ, ਦੋਨਾਂ ਨੂੰ ਸੁਨੇਹਾ ਭੇਜਿਆ ਕਿ ਸਿੰਘ ਜਿੱਥੇ ਵੀ ਹੈਗੇ ਤੁਸੀਂ ਉੱਥੇ ਘੇਰ ਲਓ, ਪਿੱਛੋਂ ਮੈਂ ਆ ਰਿਹਾ। ਤੇ ਕਿਹਾ ਜਾ ਸਕਦਾ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਵੱਡੇ ਘੱਲੂਘਾਰੇ ਦਾ ਇੱਕ ਬਹੁਤ ਹੀ ਅਹਿਮ ਸਥਾਨ ਹੈ। ਕਦੇ ਸਾਡੇ ਮਤਲਬ ਸਿੰਘਾਂ ਨੂੰ ਚਿਰਵਾਇਆ ਗਿਆ, ਕਦੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇਸੇ ਤਖਤ ਤੇ ਬੈਠ ਕੇ ਜਿਹੜੇ ਉਹ ਫੈਸਲੇ ਲਏ ਜਾਂਦੇ ਸੀ। ਤੇ ਫਿਰ ਇਹ ਤੱਕ ਸਾਡਾ ਲੱਗਦਾ ਵੀ ਕਿ ਉਹਨਾਂ ਨੇ ਉਸ ਤਖਤ ਤੇ ਬੈਠਣ ਤੋਂ ਨਾ ਕੀਤੀ ਸੀ ਤਾਂ ਜੱਸਾ ਸਿੰਘ ਰਾਮਗੜੀਆ ਨੇ ਉਸ ਤਖਤ ਨੂੰ ਸੰਗਲ ਪਵਾ ਕੇ ਉੱਥੋਂ ਖਿਚਵਾ ਕੇ ਅੰਮ੍ਰਿਤਸਰ ਲੈ ਆਂਦਾ ਸੀ, ਸਿਰਫ ਇਹ ਦਿਖਾਉਣ ਦੇ ਲਈ ਕਿ ਜਦੋਂ ਸਿੱਖ ਇੱਥੇ ਆ ਕੇ ਦੇਖਣ ਇੱਥੇ ਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਹੈ ਉਹ ਤਖਤ ਜਿਹਦੇ ਉੱਤੇ ਬੈਠ ਕੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਉਣ ਦੀ ਜਿਹੜੀ ਸਜ਼ਾ ਸੁਣਾਈ ਗਈ ਸੀਗੀ, ਤਾਂ ਇਸ ਤਖਤ ਤੇ ਬੈਠ ਕੇ ਸੁਣਾਈ ਗਈ ਸੀ। ਜੱਸਾ ਸਿੰਘ ਆਹਲੂਵਾਲੀਆ ਨੂੰ ਸੁਲਤਾਨ ਉਲ ਕੌਮ ਦੀ ਉਪਾਧੀ ਦੇ ਦਿੱਤੀ। ਯਾਨੀ ਕਿ ਸਿੱਖ ਇਤਿਹਾਸ ਦੇ ਵਿੱਚ ਅੱਜ ਤੱਕ ਜੇਕਰ ਸੁਲਤਾਨ ਉਲ ਕੌਮ ਕੋਈ ਹੋਇਆ ਹੈ ਤਾਂ ਸਿਰਫ ਜੱਸਾ ਸਿੰਘ ਆਹਲੂਵਾਲੀਆ ਹੀ ਸਨ, ਉਹਨਾਂ ਤੋਂ ਇਲਾਵਾ ਕਿਸੇ ਨੂੰ ਇਹ ਉਪਾਧੀ ਨਹੀਂ ਮਿਲੀ। ਹਾਲਾਂਕਿ ਜਿਹੜੀ ਉਪਾਧੀ ਕਪੂਰ ਸਿੰਘ ਜੀ ਨੂੰ ਦਿੱਤੀ ਗਈ ਸੀਗੀ, ਨਵਾਬ ਦੀ ਉਪਾਧੀ 1733 ਚ ਜਿਹੜੀ ਦਿੱਤੀ ਗਈ ਸੀਗੀ, ਉਹ ਮਗਰੋਂ ਵਾਪਸ ਲੈ ਲਈ ਗਈ ਸੀਗੀ। ਪਰ ਹੁਣ ਸਾਰਿਆਂ ਨੇ ਮਿਲ ਕੇ ਉਹਨਾਂ ਨੂੰ ਸੁਲਤਾਨ ਉਲ ਕੌਮ ਦੇ ਨਾਲ ਨਾਲ ਨਵਾਬ ਦੀ ਉਪਾਧੀ ਦਿੱਤੀ ਤੇ ਹੁਣ ਜੱਸਾ ਸਿੰਘ ਆਹਲੂਵਾਲੀਆ ਨਵਾਬ ਬਣ ਗਿਆ। ਉਹਨੂੰ ਉਹ ਉਪਾਧੀ ਦਿੱਤੀ ਗਈ ਜਿਹੜੀ ਕਿ ਕਿਸੇ ਨੇ ਜਿਸ ਨੂੰ ਕਿ ਕਿਸੇ ਦੇ ਖੋਹੇ ਜਾਣ ਦਾ ਕੋਈ ਡਰ ਨਹੀਂ ਸੀ, ਉਹ ਉਹਨਾਂ ਦੇ ਨਾਲ ਪੱਕੇ ਤੌਰ ਦੇ ਉੱਤੇ ਜੁੜ ਗਈ। ਤੇ ਇਸ ਤਰੀਕੇ ਨਾਲ ਤੁਸੀਂ ਕਹਿ ਸਕਦੇ ਹੋ ਕਿ ਇਹ ਜਿਹੜੀਆਂ ਦੋ ਘਟਨਾਵਾਂ 1761 ਦੇ ਵਿੱਚ ਹੋਈਆਂ ਨੇ, ਇੱਕ ਤਾਂ ਲਾਹੌਰ ਦੇ ਉੱਤੇ ਕਬਜ਼ਾ ਕਰਕੇ ਮਗਰੋਂ ਇਹ ਦੱਸਿਆ ਜਾਂਦਾ ਹੈ ਕਿ ਉਹਨਾਂ ਨੇ ਲਾਹੌਰ ਜਿਹੜਾ ਸੀਗਾ ਉਹ ਸਰਦਾਰ ਚੜ੍ਹਤ ਸਿੰਘ ਨੂੰ ਸੌਂਪ ਦਿੱਤਾ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਉਹ ਇੱਥੇ ਰਹਿਣਗੇ ਤਾਂ ਉਹਨਾਂ ਦੀ ਆਪਣੇ ਜਿਹੜੀ ਮਿਸਲ ਹੈ ਤਾਂ ਉਹਦਾ ਕੀ ਬਣੂਗਾ। ਔਰ ਵੈਸੇ ਵੀ ਲਾਹੌਰ ਦੇ ਵਿੱਚ ਬੈਠ ਕੇ ਜਿਹੜਾ ਹੈ ਸਿੱਖ ਪੰਥ ਨੂੰ ਅੱਗੇ ਨਹੀਂ ਸੀ ਵਧਾਇਆ ਜਾ ਸਕਦਾ, ਉਹਨਾਂ ਦਾ ਮੁੜ ਕੇ ਆਪਣੇ ਇਲਾਕੇ 'ਚ ਆਉਣਾ ਜ਼ਰੂਰੀ ਸੀ ਤੇ ਉਹ ਕਪੂਰਥਲੇ ਵੱਲ ਵਾਪਸ ਆ ਗਏ ਸੀ। ਸਨ 1762 ਦਾ ਜ਼ਿਕਰ ਹੁੰਦੇ ਸਾਰ ਸਾਡੇ ਮਨ 'ਚ ਵੱਡੇ ਘੱਲੂਘਾਰੇ ਦਾ ਘਟਨਾ ਯਾਦ ਆਉਂਦੀ ਆ, ਤਾਂ ਉਹ ਕੀ ਸੀ ਉਹ ਘਟਨਾ? 1762 ਦੇ ਵਿੱਚ ਹੋਈ ਇਹ ਘਟਨਾ ਸਿੱਖ ਇਤਿਹਾਸ ਦੇ ਵਿੱਚ ਸਭ ਤੋਂ ਮੰਦਭਾਗੀ ਘਟਨਾ ਮੰਨੀ ਜਾਂਦੀ ਹੈ, ਸਭ ਤੋਂ ਵੱਡੀ ਘਟਨਾ ਮੰਨੀ ਜਾਂਦੀ ਹੈ। ਤੇ ਨਾਲ ਦੇ ਨਾਲ ਇਹ ਵੀ ਕਿਹਾ ਜਾਂਦਾ ਹੈ ਕਿ ਸਿੱਖਾਂ ਦੇ ਜਜ਼ਬੇ ਅਤੇ ਸਿੱਖਾਂ ਦੇ ਜਨੂਨ ਦਾ ਇਮਤਿਹਾਨ ਲੈਣ ਵਾਲੀ ਇਹ ਘਟਨਾ ਸੀ। ਜਦੋਂ ਅਬਦਾਲੀ ਵਾਪਸ ਚਲੇ ਗਿਆ, ਉਹਨੇ ਫਿਰ ਇੱਕ ਹਮਲਾ ਕੀਤਾ, ਕਿਉਂਕਿ ਉਹ ਕਾਬਲ ਤੋਂ ਜਿਸ ਵੇਲੇ ਹਮਲਾ ਕਰਨਾ ਹੁੰਦਾ ਸੀ ਤਾਂ ਉਹਦਾ ਮਕਸਦ ਸਿਰਫ ਇਹੀ ਹੁੰਦਾ ਸੀਗਾ ਕਿ ਉਹ ਜਿੰਨਾ ਵੀ ਧਨ ਦੌਲਤ ਇੱਥੋਂ ਲੁੱਟ ਸਕਦਾ ਉਹ ਲੁੱਟ ਲਵੇ। ਤੇ 1762 ਦੇ ਵਿੱਚ ਉਹ ਫਿਰ ਹਮਲਾ ਕਰਨ ਵਾਸਤੇ ਭਾਰਤ ਆਇਆ। ਐਨੇ ਨੂੰ ਕੀ ਹੋਇਆ ਕਿ ਸਿੱਖਾਂ ਨੇ ਉਹਦੇ ਇਲਾਕੇ ਤੱਕ, ਕਿਉਂਕਿ ਜਿਹੜੇ ਉਹ ਛੱਡ ਕੇ ਜਾਂਦਾ ਸੀ ਉਹਨਾਂ ਦੇ ਉੱਤੇ ਦੁਬਾਰਾ ਕਬਜ਼ਾ ਕਰ ਲਿਆ ਸੀ, ਤੇ ਉਹਦਾ ਇੱਕ ਆਪਣਾ ਸੂਈਆ ਸੀ ਜਿਹੜਾ ਕਿ ਉਹਦੇ ਵਾਸਤੇ ਇੱਕ ਜਸੂਸੀ ਕਰਦਾ ਸੀ, ਅਕਲਦਾਸ ਜਾਂ ਅਕੀਲਦਾਸ ਨਿਰੰਜਨੀਆ। ਤੇ ਉਸਨੇ ਨਿਰੰਜਨੀਆ ਨੇ ਸੁਨੇਹਾ ਭੇਜਿਆ ਤੇ ਨਿਰੰਜਨੀਆ ਦਾ ਜਿਹੜਾ ਕਾਸਿਦ ਸੀਗਾ, ਜਿਹੜਾ ਸੁਨੇਹਾ ਲੈ ਕੇ ਜਾਣ ਵਾਲਾ ਬੰਦਾ ਸੀ, ਉਹ ਰੋਹਤਾਸ ਦੇ ਵਿੱਚ ਜਾ ਕੇ ਅਹਿਮਦ ਸ਼ਾਹ ਅਬਦਾਲੀ ਨੂੰ ਮਿਲਦਾ ਹੈ ਤੇ ਉਹਨੂੰ ਦੱਸਿਆ ਕਿ ਸਿੱਖ ਤਾਂ ਫੇਰ ਬੇਲਗਮ ਹੋਏ ਫਿਰਦੇ ਨੇ, ਉਹਨਾਂ ਨੇ ਬਹੁਤ ਬੁਰਾ ਹਾਲ ਕੀਤਾ ਹੋਇਆ ਤੇ ਤੁਹਾਡੀ ਤਾਂ ਜਿੰਨੇ ਵੀ ਤੁਹਾਡਾ ਏਰੀਆ ਸੀ, ਤੁਹਾਡਾ ਜਿਹੜਾ ਖੇਤਰ ਸੀ ਉਹਦੇ ਤੇ ਕਾਬਜ਼ ਹੋ ਗਏ ਨੇ। ਤੇ ਸਿੱਖਾਂ ਨੂੰ ਮੁੜ ਤੋਂ ਸਭ ਕੁਝ, ਪਹਿਲਾਂ ਤਾਂ ਉਹ ਪਿਛਲੀ ਵਾਰੀ ਜਿਹੜੀ ਉਹਦੇ ਨਾਲ ਬੀਤੀ ਸੀਗੀ ਆਪਾਂ ਹੁਣੇ ਜ਼ਿਕਰ ਕਰਕੇ ਹਟੇ ਹਾਂ ਕਿ ਉਹ ਕਿਸ ਤਰੀਕੇ ਨਾਲ ਉਹ ਲੜਕੀਆਂ ਨੂੰ ਛੁਡਾਇਆ ਸੀਗਾ ਤੇ ਜਿਹੜਾ ਖਜ਼ਾਨਾ ਉਹ ਲੁੱਟ ਕੇ ਲੈ ਕੇ ਆਇਆ ਸੀਗਾ, ਤੇ ਜਿਹੜਾ ਪਾਣੀਪਤ ਦੀ ਲੜਾਈ ਤੋਂ ਬਾਅਦ ਜੋ ਕੁਝ ਵੀ ਉਹਨੇ ਕੀਤਾ ਸੀ, ਉਹ ਮਤਲਬ ਉਹਨੂੰ ਇਹ ਲੱਗਦਾ ਸੀਗਾ ਕਿ ਮੇਰੇ ਅੱਗੇ ਹੋਰ ਤਾਂ ਕੋਈ ਸਿਰ ਨਹੀਂ ਚੁੱਕਦਾ। ਉਹ ਹੈਰਾਨ ਹੁੰਦਾ ਸੀਗਾ ਕਿ ਮੈਂ ਮੁਗਲਾਂ ਵਰਗੀ ਇੱਕ ਤਾਕਤਵਰ ਕੌਮ ਨੂੰ ਝੁਕਾ ਲਿਆ ਤਾਂ ਮੈਂ ਦਿੱਲੀ ਦੇ ਤਖਤ ਤੇ ਵੀ ਜਾ ਬੈਠਿਆ, ਪਰ ਇਹ ਸਿੱਖ ਜਿਹੜੇ ਮੈਨੂੰ ਸਮਝਦੇ ਕੁਝ ਨਹੀਂ।
ਹੁਣ ਉਸਨੇ ਇਹ ਸੋਚਿਆ ਕਿ ਹੋਰ ਕੁਝ ਹੋਵੇ ਨਾ ਹੋਵੇ, ਮੈਂ ਸਭ ਤੋਂ ਪਹਿਲਾਂ ਸਿੱਖਾਂ ਨੂੰ ਨੇਸਤੋ ਨਾਬੂਦ ਕਰਨਾ ਹੈ, ਉਹਨਾਂ ਦੀਆਂ ਜੜ੍ਹਾਂ ਮੈਂ ਖਤਮ ਕਰ ਦੇਣੀਆਂ ਜੀ ਤੇ ਉਸੇ ਵੇਲੇ ਉਹ ਦੌੜਿਆ। ਸੁਨੇਹਾ ਨੂੰ ਮਿਲ ਚੁੱਕਾ ਸੀਗਾ। ਉਹਨੂੰ ਜਿਸ ਵੇਲੇ ਪਤਾ ਲੱਗਿਆ ਕਿ ਸਿੱਖ ਜਿਹੜੇ ਇਹਨੇ ਜੰਡਿਆਲੇ ਦੇ ਕੋਲ ਬੈਠੇ ਨੇ, ਤਾਂ ਉਹ ਸਭ ਤੋਂ ਪਹਿਲਾਂ ਤਾਂ ਲਾਹੌਰ ਪੁੱਜਾ। ਹਾਂਜੀ ਦੱਸਿਆ ਜਾਂਦਾ ਹੈ ਕਿ ਉਹਨੇ 2 ਦਰਿਆ ਪਾਰ ਕੀਤੇ, 150 ਕਿਲੋਮੀਟਰ ਦਾ ਫਾਸਲਾ ਤੈਅ ਕੀਤਾ ਤੇ ਉਹ 48 ਘੰਟੇ ਦੇ ਵਿੱਚ ਲਗਾਤਾਰ ਤੁਰਦੇ ਤੁਰਦੇ ਉਹ ਲਾਹੌਰ ਪੁੱਜਾ ਤੇ ਉਹਨੇ ਲਾਹੌਰ ਤੇ ਆ ਕੇ ਫਿਰ ਤੋਂ ਕਬਜ਼ਾ ਕਰ ਲਿਆ। ਜੀ ਹੁਣ ਉਹਨੂੰ ਪਤਾ ਲੱਗ ਗਿਆ ਕਿ ਉਹ ਜੰਡਿਆਲੇ ਬੈਠੇ ਨੇ ਸਿੰਘ, ਤੇ ਉਹ ਉੱਥੋਂ ਲਾਹੌਰ ਤੋਂ ਚੱਲਿਆ ਤੇ ਜੰਡਿਆਲੇ ਵਾਲੇ ਨੂੰ ਉਹਨੇ ਕੂਚ ਕਰ ਦਿੱਤਾ। ਜੀ ਤੇ ਹੁਣ ਜੰਡਿਆਲੇ ਵੱਲ ਨੂੰ ਜਾ ਰਿਹਾ ਹੈ, ਪਰ ਉਹ ਲੁਧਿਆਣੇ ਪਹੁੰਚ ਗਿਆ 4 ਫਰਵਰੀ 1762 ਨੂੰ, ਜਿਹੜਾ ਦੱਸਿਆ ਜਾਂਦਾ ਹੈ ਕਿ ਉਹ ਉੱਥੇ ਪਹੁੰਚ ਗਿਆ ਸੀ। ਜੀ ਜਿਸ ਵੇਲੇ ਉਹ ਲੁਧਿਆਣੇ ਪਹੁੰਚਿਆ ਤਾਂ ਉਹਨੂੰ ਪਤਾ ਲੱਗਿਆ ਕਿ ਸਿੰਘ ਤਾਂ ਜੰਡਿਆਲੇ ਤੋਂ ਨਿਕਲ ਕੇ ਮਲੇਰਕੋਟਲੇ ਵੱਲ ਨੂੰ ਚੱਲ ਪਏ ਨੇ। ਹਾਂਜੀ ਇਹਨੇ ਕੀ ਕੀਤਾ ਕਿ ਜਿਹੜਾ ਸਰਹੰਦ ਦਾ ਸੂਬੇਦਾਰ ਸੀ ਜੈਨ ਖਾਨ ਜੀ ਅਤੇ ਮਲੇਰਕੋਟਲੇ ਦਾ ਸੂਬੇਦਾਰ ਸੀ ਭੀਖਣ ਸ਼ਾਹ, ਜੀ ਦੋਨਾਂ ਨੂੰ ਸੁਨੇਹਾ ਭੇਜਿਆ ਕਿ ਸਿੰਘ ਜਿੱਥੇ ਵੀ ਹੈਗੇ ਤੁਸੀਂ ਉੱਥੇ ਘੇਰ ਲਓ, ਪਿੱਛੋਂ ਮੈਂ ਆ ਰਿਹਾ। ਜੀ ਐਨੇ ਨੂੰ ਸਿੰਘ ਜਿਹੜੇ ਸੀਗੇ, ਮਲੇਰਕੋਟਲਾ ਤੋਂ 9 ਕਿਲੋਮੀਟਰ ਦੂਰ ਪਿੰਡ ਪੈਂਦਾ ਹੈ ਕੁੱਪ, ਉਹ 2 ਪਿੰਡ ਨੇ ਨੇੜੇ ਨੇੜੇ, ਕੁੱਪ ਰਹੀੜਾ। ਹਾਂਜੀ ਤੇ ਕੁੱਪ ਰਹੀੜਾ ਦੇ ਦਰਮਿਆਨ ਜਿਸ ਵੇਲੇ ਸਿੰਘ ਉੱਥੇ ਇਕੱਠੇ ਹੋਏ ਨੇ ਤਾਂ 50,000 ਦੇ ਕਰੀਬ ਉੱਥੇ ਸਿੱਖਾਂ ਦੀ ਫੌਜ ਸੀਗੀ। ਜੀ ਤੇ ਇੰਨੇ ਕੁ ਹੀ ਉਹਨਾਂ ਦੇ ਕੋਲ ਜਿਹੜੇ ਸੀਗੇ ਨੇ ਉਹ ਦੂਜੇ ਲੋਕ ਸਨ, ਜਿਨ੍ਹਾਂ ਵਿੱਚ ਔਰਤਾਂ ਵੀ ਸਨ, ਬੱਚੇ ਵੀ ਸਨ, ਬਜ਼ੁਰਗ ਵੀ ਸਨ। ਜੀ ਇਹ ਸਾਰੇ ਉੱਥੇ ਬੈਠੇ ਹੋਏ ਸੀਗੇ ਤੇ ਇਹਨਾਂ ਨੂੰ ਜੈਨ ਖਾਨ ਨੇ ਤੇ ਭੀਖਣ ਸ਼ਾਹ ਨੇ ਆ ਕੇ ਉੱਥੇ ਘੇਰ ਲਿਆ। ਜੀ ਇਹਨਾਂ ਨੂੰ ਉਸ ਵੇਲੇ ਹਾਲਾਤ ਇਹ ਨਹੀਂ ਸੀ ਪਤਾ ਕਿ ਅਹਿਮਦ ਸ਼ਾਹ ਅਬਦਾਲੀ ਵੀ ਫੌਜ ਲੈ ਕੇ ਆ ਰਿਹਾ ਹੈ। ਇਹਨਾਂ ਨੂੰ ਇਹ ਸੀਗਾ ਕਿ ਇਹਨਾਂ ਸੂਬੇਦਾਰਾਂ ਨਾਲ ਤਾਂ ਅਸੀਂ ਨਜਿੱਠ ਲਾਂਗੇ। ਹਾਂਜੀ ਪਰ ਜਿਸ ਵੇਲੇ ਉੱਥੇ ਉਹ ਬੈਠੇ ਨੇ, ਪਤਾ ਲੱਗਿਆ ਹੈ, ਤਾਂ ਫਿਰ ਇਹਨਾਂ ਨੇ ਆਪਸ ਵਿੱਚ ਸਲਾਹ ਕੀਤੀ, ਕਿਉਂਕਿ ਉੱਥੇ ਨਾ ਸਿਰਫ ਜੱਸਾ ਸਿੰਘ ਆਹਲੂਵਾਲੀਆ ਸੀ ਬਲਕਿ ਹੋਰ ਵੀ ਜਥੇਦਾਰ ਜਿਹੜੇ ਸੀਗੇ ਉੱਥੇ ਬੈਠੇ ਸੀ। ਜੀ ਤੇ ਉਹਨਾਂ ਨੇ ਫਿਰ ਇਹ ਸਲਾਹ ਕੀਤੀ ਵੀ ਕਿਸੇ ਤਰੀਕੇ ਨਾਲ ਆਪਾਂ ਇਹਨਾਂ ਦਾ ਜਿਹੜਾ ਹੈ ਉਹ ਨਾਕਾ ਤੋੜ ਕੇ ਇੱਥੋਂ ਨਿਕਲ ਕੇ ਆਪਾਂ ਬਰਨਾਲੇ ਵੱਲ ਨੂੰ ਚੱਲੀਏ। ਜੀ ਪਰ ਇਹ ਸੰਭਵ ਨਹੀਂ ਹੋਇਆ, ਕਿਉਂਕਿ ਅੱਗੇ ਫੌਜ ਸੀਗੀ ਜੈਨ ਖਾਨ ਦੀ ਤੇ ਭੀਖਣ ਸ਼ਾਹ ਦੀ। ਉਹਨਾਂ ਨੇ ਇਹਨਾਂ ਨੂੰ ਅੱਗੇ ਤੋਂ ਰੋਕ ਲਿਆ ਤੇ ਪਿੱਛੇ ਨੂੰ 5 ਫਰਵਰੀ ਦੀ ਗੱਲ ਹੈਗੀ, 5 ਫਰਵਰੀ 1762 ਨੂੰ, ਤੇ ਉਸ ਦਿਨ ਜਿਹੜਾ ਅਹਿਮਦ ਸ਼ਾਹ ਅਬਦਾਲੀ ਹੈਗਾ ਇਹ ਇਹਨਾਂ ਦੇ ਪਿੱਠ ਪਿੱਛੇ ਆ ਕੇ ਖਲੋ ਗਿਆ। ਹੁਣ ਨਾ ਇਹ ਪਿੱਛੇ ਹਟਣ ਜੋਗੇ ਤੇ ਨਾ ਹੀ ਅੱਗੇ ਵਧਣ ਜੋਗੇ। ਮਾਰਕਾਟ ਸ਼ੁਰੂ ਹੋ ਗਈ, ਕਤਲੇਆਮ ਸ਼ੁਰੂ ਹੋ ਗਿਆ। ਸਭ ਤੋਂ ਇੱਕ ਅਜੀਬ ਗੱਲ ਇਹ ਸੀ ਕਿ ਜਿਹੜਾ ਸਿੱਖਾਂ ਦਾ ਅਸਲਾ ਸੀਗਾ ਉਹ ਉੱਥੇ ਨਹੀਂ ਸੀਗਾ, ਕੁੱਪ ਦੇ ਵਿੱਚ ਨਹੀਂ ਸੀਗਾ। ਉੱਥੋਂ ਇੱਕ ਪਿੰਡ ਸ਼ਾਇਦ ਗਰਿਮਾ ਸੀ ਉਸਦਾ ਨਾਂ, ਉਸ ਪਿੰਡ ਵਿੱਚ ਇਹਨਾਂ ਦਾ ਅਸਲਾ ਪਿਆ ਸੀਗਾ, ਜਿਹੜਾ ਕਿ ਇੱਥੋਂ 6 ਕਿਲੋਮੀਟਰ ਦੀ ਦੂਰੀ ਤੇ ਸੀ। ਜੀ ਤੇ ਇਹ ਸੋਚਣ ਕਿ ਉੱਥੇ ਕਿਸੇ ਤਰੀਕੇ ਨਾਲ ਪਹੁੰਚ ਕੇ ਪਹਿਲਾਂ ਆਪਣਾ ਅਸਲਾ ਤਾਂ ਲਿਆ ਜਾਵੇ। ਹੁਣ ਦੇਖੋ, ਇੱਕ ਪਾਸੇ 50,000 ਫੌਜ, ਇੱਕ ਪਾਸੇ 2 ਲੱਖ ਦੀ ਫੌਜ ਹੈ, ਤੇ ਦੂਜੇ ਪਾਸੇ ਇਹਨਾਂ ਕੋਲ ਅਸਲਾ ਇੰਨਾ, ਉਹਨਾਂ ਕੋਲ ਸਾਧਨ ਸਾਰੇ ਨੇ, ਇਹਨਾਂ ਕੋਲ ਤਾਂ ਅਨਾਜ ਵੀ ਪੂਰਾ ਨਹੀਂ ਹੈ, ਇਹਨਾਂ ਕੋਲ ਹਥਿਆਰ ਵੀ ਨਹੀਂ, ਸਿਰਫ ਦੇਸੀ ਹਥਿਆਰ ਜਿਹੜੇ ਆਮ ਘਰਾਂ 'ਚ ਕੰਮ ਆਉਣ ਵਾਲੇ ਤੁਸੀਂ ਕਹਿ ਸਕਦੇ ਹੋ, ਬਰਛੇ ਹੈਗੇ, ਭਾਲੇ ਹੈਗੇ, ਤਲਵਾਰ ਹੈਗੀ, ਤੇ ਇਹ ਇਹਨਾਂ ਨੇ ਲੈ ਕੇ ਫਿਰ ਵੀ ਇਹਨਾਂ ਨੇ ਯੁੱਧ ਕਰਨਾ ਸ਼ੁਰੂ ਕਰਤਾ। ਚਾਰੇ ਪਾਸੇ ਲਾਸ਼ਾਂ ਵਿਛ ਗਈਆਂ, ਨਾ ਅਹਿਮਦ ਸ਼ਾਹ ਅਬਦਾਲੀ ਨੂੰ ਕੋਈ ਤਰਸ ਆ ਰਿਹਾ ਹੈ ਤੇ ਨਾ ਹੀ ਭੀਖਣ ਸ਼ਾਹ ਨੂੰ ਤੇ ਜੈਨ ਖਾਨ ਨੂੰ ਕਿ ਇਹ ਹੋ ਕੀ ਰਿਹਾ ਹੈ। ਸਿੱਖ ਮਰਦੇ ਜਾ ਰਹੇ ਨੇ ਤੇ ਉਹ ਵੱਢਦੇ ਚਲੇ ਜਾ ਰਹੇ ਨੇ, ਪਰ ਸਿੱਖਾਂ ਦਾ ਹੌਸਲਾ ਦੇਖੋ ਕਿ ਉਹ ਚਲਦੇ ਚਲਦੇ ਲੜੀ ਜਾ ਰਹੇ ਨੇ ਤੇ ਲੜਦੇ ਲੜਦੇ ਅੱਗੇ ਵਧੀ ਜਾ ਰਹੇ ਨੇ, ਉਹ ਫਿਰ ਵੀ ਪਿੱਛੇ ਨਹੀਂ ਹਟੇ। ਔਰ ਉਹਨਾਂ ਨੇ ਇੰਨੀ ਜ਼ਿਆਦਾ ਬਹਾਦਰੀ ਦਿਖਾਈ ਹੈ ਕਿ ਜਿਹੜੀ ਅਗਲੀ ਮੁੱਢਲੀ ਫੌਜ ਸੀ ਉਹਨਾਂ ਦੀ, ਜਿਹੜੀ ਇਹਨਾਂ ਦੇ ਉੱਤੇ ਹਮਲਾ ਕਰਨ ਆ ਰਹੀ ਸੀ, ਉਸ ਮੁੱਢਲੀ ਫੌਜ ਦੇ ਸਿਪਾਹੀਆਂ ਨੂੰ ਇਹਨਾਂ ਨੇ ਜਿਸ ਵੇਲੇ ਮਤਲਬ ਇਹਨਾਂ ਨੇ ਲਾਸ਼ਾਂ ਦੇ ਢੇਰ ਲਾਤੇ ਤਾਂ ਉਹ ਪਿੱਛੇ ਮੁੜੇ, ਉੱਥੋਂ ਦੌੜੇ। ਉਸ ਜਗ੍ਹਾ ਨੂੰ ਜਦੋਂ ਛੱਡ ਕੇ ਦੌੜੇ ਤਾਂ ਇਹਨਾਂ ਨੂੰ ਥੋੜਾ ਜਿਹਾ ਰਸਤਾ ਮਿਲਿਆ, ਇਹ ਫਿਰ ਅੱਗੇ ਵਧੇ। ਫਿਰ ਇੱਕ ਤਲਾਬ ਦੇ ਕੰਢੇ ਆ ਕੇ ਇਹ ਸਾਰੇ ਦੇ ਸਾਰੇ ਉੱਥੇ ਰੁਕ ਗਏ। ਤਲਾਬ ਦੇ ਕੰਢੇ ਆ ਕੇ ਰੁਕਣ ਦਾ ਮਤਲਬ ਇਹ ਸੀਗਾ ਕਿ ਇਹਨਾਂ ਨੂੰ ਥੋੜਾ ਜਿਹਾ ਉੱਥੇ ਆਰਾਮ ਮਿਲਿਆ। ਤਲਾਬ ਦੇ ਕੋਲ ਪਹੁੰਚਣ ਵੇਲੇ ਇਹਨਾਂ ਨੂੰ ਥੋੜਾ ਜਿਹਾ ਜਦੋਂ ਮੌਕਾ ਮਿਲਿਆ ਹੈ ਉੱਥੇ ਆਰਾਮ ਕਰਨ ਦਾ, ਤਾਂ ਇਹਨਾਂ ਵਿੱਚ ਥੋੜਾ ਜਿਹਾ ਹੋਰ ਜੋਸ਼ ਵੀ ਆ ਗਿਆ ਤੇ ਜਿਹੜੇ ਜ਼ਖਮੀ ਸੀ ਉਹਨਾਂ ਨੂੰ ਵੀ ਥੋੜਾ ਜਿਹਾ ਸਾਹ ਆਇਆ। ਤੇ ਇਹਨਾਂ ਨੇ ਕੁੱਲ ਮਿਲਾ ਕੇ ਇਹਨਾਂ ਨੇ ਜੱਸਾ ਸਿੰਘ ਆਹਲੂਵਾਲੀਆ ਨੇ ਆਪਣੇ ਜਿਹੜੇ ਸਾਥੀ ਸੀਗੇ, ਕਰੋੜਾ ਸਿੰਘ, ਨਿਸ਼ਾਨ ਸਿੰਘ ਵਗੈਰਾ, ਸ਼ਾਮ ਸਿੰਘ, ਉਹਨਾਂ ਸਭ ਨੂੰ ਕਿਹਾ ਕਿ ਇੱਕ ਚੱਕਰਵਿਊਹ ਦੀ ਰਚਨਾ ਜਿਹੀ ਕਰ ਲਈ ਜਾਵੇ ਤੇ ਜਿਹੜੇ ਸਾਡੇ ਨਾਲ ਔਰਤਾਂ, ਬਜ਼ੁਰਗ, ਬੱਚੇ ਨੇ, ਇਹਨਾਂ ਨੂੰ ਚਾਰੇ ਪਾਸਿਓਂ ਘੇਰ ਕੇ ਉਹਨਾਂ ਨੂੰ ਇੱਕ ਗੋਲ ਦਾਇਰੇ ਦੇ ਵਿੱਚ ਲੈ ਲਿਆ ਜਾਵੇ। ਇਸ ਤਰੀਕੇ ਨਾਲ ਜਿਹੜੇ ਸੀਗੇ ਇਹਨਾਂ ਨੇ ਇਸ ਤਰ੍ਹਾਂ ਹੀ ਕੀਤਾ। ਪਰ ਅੱਗੇ ਫਿਰ ਜਦੋਂ ਸ਼ਾਹ ਵਲੀ ਖਾਨ ਦੀ ਫੌਜ ਆਈ, ਇਹ ਸ਼ਾਹ ਵਲੀ ਖਾਨ ਜਿਹੜਾ ਸੀਗਾ ਮਲੇਰਕੋਟਲਾ ਵਾਲੇ ਉੱਤੇ ਉਹਨਾਂ ਦਾ ਜਿਹੜਾ ਸੀਗਾ
ਪ੍ਰਧਾਨ ਸੈਨਾਪਤੀ ਕਹਿ ਲਓ ਤੁਸੀਂ, ਉਧਰੋਂ ਆ ਰਿਹਾ ਸੀ। ਜੀ ਇਹਨਾਂ ਨੇ ਫੇਰ ਬਹੁਤ ਨੁਕਸਾਨ ਕੀਤਾ, ਪਰ ਹੋਇਆ ਇਹ ਕਿ ਇਹਨਾਂ ਨੇ ਕੋਈ ਪਰਵਾਹ ਨਾ ਕੀਤੀ ਤੇ ਅੱਗੇ ਵਧਦੇ ਚਲੇ ਗਏ। ਜੀ ਇਹਨਾਂ ਦੇ ਮਨ 'ਚ ਇੱਕ ਗੱਲ ਸੀਗੀ ਕਿ ਜੇਕਰ ਅਸੀਂ ਬਰਨਾਲੇ ਨੂੰ ਜਾਂਦੇ ਹਾਂ ਤਾਂ ਰਸਤੇ 'ਚ ਪਟਿਆਲਾ ਪਵੇਗਾ, ਤੇ ਪਟਿਆਲੇ ਦੇ ਵਿੱਚ ਜਿਹੜਾ ਬਾਬਾ ਆਲਾ ਸਿੰਘ ਜਿਹੜਾ ਹੈ, ਹਾਂਜੀ ਮਤਲਬ ਉਹਨਾਂ ਦੇ ਵੱਲੋਂ ਉਸ ਤਰੀਕੇ ਨਾਲ ਸਾਨੂੰ ਕੋਈ ਸਹਾਇਤਾ ਮਿਲ ਜਾਏਗੀ ਤੇ ਅਸੀਂ ਦੁਸ਼ਮਣ ਦਾ ਮੁਕਾਬਲਾ ਕਰ ਸਕਾਂਗੇ। ਪਰ ਅਜਿਹਾ ਹੋਇਆ ਨਹੀਂ, ਇਹਨਾਂ ਦੀ ਉਮੀਦ ਉਹ ਬੇਕਾਰ ਚਲੀ ਗਈ। ਉਧਰੋਂ ਜਿਹੜਾ ਅਹਿਮਦ ਸ਼ਾਹ ਅਬਦਾਲੀ ਸੀਗਾ, ਇਸਨੇ ਪਿੱਛੋਂ ਹੱਲਾ ਬੋਲ ਕੇ ਉਹਨਾਂ ਦੇ ਉਹ ਚੱਕਰਵਿਊਹ ਵਰਗੀ ਜਿਹੜੀ ਰਚਨਾ ਸੀਗੀ, ਹਾਂਜੀ ਉਸ ਰਚਨਾ ਨੂੰ ਤੋੜ ਦਿੱਤਾ ਤੇ ਉਹ ਉਹਦੇ ਵਿੱਚ ਜਾ ਵੜਿਆ। ਬਸ ਉਸ ਤੋਂ ਬਾਅਦ ਤਾਂ ਫਿਰ ਇਹੀ ਸੀਗਾ ਕਿ ਕੁਝ ਵੀ ਬਚਣਾ ਨਹੀਂ ਸੀ ਤੇ ਨਾ ਹੀ ਬਚਿਆ। ਤੇ ਸਿਰਫ ਉਹ ਸਿੰਘ ਜਿਹੜੇ ਕਿਸੇ ਤਰੀਕੇ ਨਾਲ ਉਸ ਥਾਂ ਤੋਂ ਨਿਕਲ ਕੇ ਬਰਨਾਲੇ ਵੱਲ ਨੂੰ ਅੱਗੇ ਵੱਧ ਚੁੱਕੇ ਸਨ, ਉਹ ਬਚੇ। ਜੀ ਉਹ ਸਿੰਘ ਅੱਗੇ ਚਲੇ ਗਏ ਤਾਂ ਜਿਹੜੇ ਇਹ ਬੰਦੇ ਸੀਗੇ, ਇਹਨਾਂ ਦੇ ਅਫਗਾਨੀ ਜਿਹੜੇ ਸੀਗੇ ਫੌਜੀ, ਇਹ ਬਹੁਤ ਜ਼ਿਆਦਾ ਥੱਕ ਚੁੱਕੇ ਸੀ ਤੇ ਇਸ ਤਰੀਕੇ ਨਾਲ ਇਹਨਾਂ ਦੀ ਥਕਾਵਟ ਦਾ ਵੀ ਉਹਨਾਂ ਨੂੰ ਕੁਝ ਲਾਭ ਮਿਲਿਆ ਕਿ ਇਹਨਾਂ ਦੀ ਸਪੀਡ ਘਟ ਗਈ ਤੇ ਉਹ ਬਹੁਤ ਤੇਜ਼ੀ ਦੇ ਨਾਲ ਅੱਗੇ ਵੱਧ ਗਏ। ਜਿਸ ਵੇਲੇ ਸਾਰੇ ਅੱਗੇ ਚਲੇ ਗਏ ਤਾਂ ਪਿੱਛੇ ਜਿੰਨੇ ਵੀ ਬੰਦੇ ਬਚੇ ਨੇ, ਉਹਨਾਂ ਨੂੰ ਕੀ ਕੀਤਾ ਕਿ ਜਿਹੜੇ ਜ਼ਖਮੀ ਸੀਗੇ, ਕਿਤੇ ਡਿੱਗੇ ਪਏ ਨੇ ਜਾਂ ਮਾੜਾ ਮੋਟਾ ਚੱਲ ਵੀ ਰਹੇ ਨੇ, ਉਹਨਾਂ ਸਾਰਿਆਂ ਨੂੰ ਇਹਨਾਂ ਨੇ ਕੀ ਕੀਤਾ, ਅਹਿਮਦ ਸ਼ਾਹ ਅਬਦਾਲੀ ਦੇ ਹੁਕਮ ਦੇ ਨਾਲ ਉਹਨਾਂ ਨੂੰ 60 ਗੱਡਿਆਂ ਤੇ ਲੱਦਿਆ। 60 ਗੱਡੇ ਭਰ ਕੇ ਇਹਨਾਂ ਨੇ ਉਹ ਸਾਰੇ ਜ਼ਖਮੀ ਜਿਹੜੇ ਸੀਗੇ ਉਹ ਲਾਹੌਰ ਲਿਆਂਦੇ ਤੇ ਲਾਹੌਰ ਲਿਆ ਕੇ ਉੱਥੇ ਮਜਮਾ ਲਾ ਕੇ ਲੋਕਾਂ ਨੂੰ ਇਕੱਠੇ ਕਰਕੇ ਤਾਂ ਉਹ ਇੱਕ ਇੱਕ ਕਰਕੇ ਉਹਨਾਂ ਨੂੰ ਵੱਢਦੇ ਚਲੇ ਗਏ। ਉਸ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕਰਦੇ ਚਲੇ ਗਏ ਕਿ ਆਹ ਦੇਖੋ ਤੁਸੀਂ ਮੁਕਾਬਲਾ ਕਰਨਾ ਚਾਹਿਆ ਸੀ ਅਹਿਮਦ ਸ਼ਾਹ ਅਬਦਾਲੀ ਦਾ ਤੇ ਤੁਹਾਡਾ ਆਹ ਹਾਲ ਹੋਇਆ ਹੈ। ਹੁਣ ਦੇਖਣ ਵਾਲੀ ਗੱਲ ਹੈ ਕਿ ਅਹਿਮਦ ਸ਼ਾਹ ਅਬਦਾਲੀ ਤੋਂ ਪਹਿਲਾਂ ਜਿਹੜਾ ਇਹਦਾ ਤੁਸੀਂ ਕਹਿ ਸਕਦੇ ਜਿਹੜਾ ਇਹਦਾ ਬਾਦਸ਼ਾਹ ਸੀਗਾ ਨਾਦਰ ਸ਼ਾਹ, ਕਿਉਂਕਿ ਅਹਿਮਦ ਸ਼ਾਹ ਤਾਂ ਉਹਦਾ ਜਰਨੈਲ ਹੀ ਸੀਗਾ ਨਾ, ਬਾਅਦ ਦੇ ਵਿੱਚ ਉਹ ਪਾਵਰ 'ਚ ਆਇਆ, ਤੇ ਉਹਨੇ ਵੀ ਸਿੱਖਾਂ ਨਾਲ ਇਹੀ ਹਾਲ ਕੀਤਾ ਸੀਗਾ ਤੇ ਇਹਨਾਂ ਨੇ ਵੀ ਇਹੀ ਹਾਲ ਕੀਤਾ ਸੀ। ਇੱਕ ਹੋਰ ਚੀਜ਼ ਤੁਸੀਂ ਨੋਟ ਕਰੋ ਕਿ 1746 ਦੇ ਵਿੱਚ ਜਿਸ ਵੇਲੇ ਪਹਿਲਾ ਘੱਲੂਘਾਰਾ ਹੋਇਆ ਸੀਗਾ ਤਾਂ ਉਸ ਨਾਲ ਸਿੱਖਾਂ ਦਾ ਬਹੁਤ ਨੁਕਸਾਨ ਹੋਇਆ ਸੀ, ਤੇ ਉਸ ਤੋਂ 16 ਸਾਲ ਬਾਅਦ ਦੁਬਾਰਾ 1762 ਦੇ ਵਿੱਚ ਇੱਕ ਹੋਰ, ਠੀਕ ਹੈ ਨਾ, ਇਹ ਜਿਹੜੇ ਘੱਲੂਘਾਰੇ ਹੋਏ ਨੇ, ਇਹ ਘੱਲੂਘਾਰੇ ਜਿਹੜੇ ਨੇ ਇਹਨਾਂ ਨੇ ਸਿੱਖ ਧਰਮ ਦੀ ਨੀਂਹ ਨੂੰ ਪੁਖਤਾ ਕਰਨ ਦਾ ਬਹੁਤ ਵੱਡਾ ਕਿਰਦਾਰ ਅਦਾ ਕੀਤਾ। ਕਿਉਂਕਿ ਇਹਨਾਂ ਨੇ ਇਹ ਨਹੀਂ ਕਿ ਬਹੁਤ ਸਾਰੇ ਸਿੱਖਾਂ ਨੂੰ ਸ਼ਹੀਦੀ ਪ੍ਰਾਪਤ ਹੋ ਗਈ ਤੇ ਉਹਨਾਂ ਦੀਆਂ ਜਾਨਾਂ ਗਈਆਂ ਨੇ, ਪਰ ਉਹ ਜਿਹੜੀ ਸ਼ਹੀਦੀ ਸੀਗੀ ਨੇ, ਉਹ ਸ਼ਹਾਦਤ ਜਿਹੜੀ ਸੀ ਉਸੇ ਨੇ ਸਿੱਖ ਧਰਮ ਦੀ ਨੀਂਹ ਨੂੰ ਪੱਕਾ ਕੀਤਾ, ਪੁਖਤਾ ਕੀਤਾ। ਜਿਸ ਵੇਲੇ ਇਹ ਅਹਿਮਦ ਸ਼ਾਹ ਅਬਦਾਲੀ ਉਹਨਾਂ ਨੂੰ ਬੰਦਿਆਂ ਨੂੰ ਜ਼ਖਮੀਆਂ ਨੂੰ ਨਾਲ ਲੈ ਕੇ ਲਾਹੌਰ ਚਲੇ ਗਿਆ ਤੇ ਉਸ ਤੋਂ ਬਾਅਦ ਉਹਨੇ ਵਾਪਸ ਕਾਬਲ ਜਾਣਾ ਹੀ ਸੀਗਾ। ਇਹ ਤੁਸੀਂ ਸੋਚੋ ਕਿਹੋ ਜਿਹਾ ਅਜੀਬ ਨਜ਼ਾਰਾ ਹੋਏਗਾ ਜਦੋਂ ਜ਼ਖਮੀਆਂ ਨੂੰ ਗੱਡਿਆਂ ਦੇ ਵਿੱਚ ਲੱਦ ਕੇ ਇੱਕ ਦੂਜੇ ਦੇ ਉੱਤੇ ਲਾਸ਼ਾਂ ਵਾਂਗੂ ਲੱਦ ਦਿੱਤਾ ਗਿਆ ਕਿ ਬਹੁਤ ਜਿਹੜੇ ਠੀਕ ਠਾਕ ਸੀਗੇ ਉਹਨਾਂ ਨੂੰ ਪੈਰਾਂ 'ਚ ਬੇੜੀਆਂ ਪਾ ਕੇ ਘਸੀਟਦੇ ਹੋਏ ਲੈ ਕੇ ਚਲੇ ਜਾ ਰਹੇ ਨੇ। ਉਹਨਾਂ ਨੇ ਤਬਾਹੀ ਕਰ ਦਿੱਤੀ, ਪਰ ਧੰਨ ਜਿਗਰਾ ਉਹਨਾਂ ਸਿੰਘਾਂ ਦਾ ਉਹ ਨਹੀਂ ਡੋਲੇ। ਉਹਨਾਂ ਨੇ ਇਹਨਾਂ ਦੇ ਅੱਗੇ ਸਿਰ ਬਿਲਕੁਲ ਨਹੀਂ ਝੁਕਾਇਆ। ਕਾਬਲ ਜਾਣ ਤੋਂ ਪਹਿਲਾਂ ਅਹਿਮਦ ਸ਼ਾਹ ਅਬਦਾਲੀ ਸਿੱਧਾ ਅੰਮ੍ਰਿਤਸਰ ਗਿਆ। ਉਹਨੇ ਜਾ ਕੇ ਜਿਹੜਾ ਹਰਮੰਦਰ ਸਾਹਿਬ ਦਾ ਜਿਹੜਾ ਸਰੋਵਰ ਹੈ ਉਹਨੂੰ ਭਰ ਦਿੱਤਾ, ਉਹਦੇ 'ਚ ਡੰਗਰ ਸੁੱਟ ਦਿੱਤੇ, ਹੱਡੀਆਂ ਦੇ ਨਾਲ ਉਹਨੂੰ ਪੂਰੀ ਤਰੀਕੇ ਨਾਲ ਭਰ ਦਿੱਤਾ ਤੇ ਹਰਮੰਦਰ ਸਾਹਿਬ ਨੂੰ ਵੀ ਉਹਨੇ ਇੱਕ ਕਿਸਮ ਦਾ ਢਾਹ ਹੀ ਦਿੱਤਾ। ਹਾਲਾਂਕਿ ਇਸ ਤੋਂ ਪਹਿਲਾਂ ਇਹ ਨੋਟ ਕਰਨ ਵਾਲੀ ਗੱਲ ਹੈ ਕਿ 1757 ਦੇ ਵਿੱਚ ਹੀ ਉਸਨੂੰ ਦੁਬਾਰਾ ਉਸਾਰਿਆ ਗਿਆ ਸੀਗਾ, ਇਸ ਤੋਂ ਪਹਿਲਾਂ ਵੀ ਢਾਹ ਦਿੱਤਾ ਗਿਆ ਸੀ, ਪਰ ਉਹ ਨਵੇਂ ਬਣਾਏ ਹੋਏ ਨਵੀਸ ਨੇ 1762 ਦੇ ਵਿੱਚ ਇਸ ਅਹਿਮਦ ਸ਼ਾਹ ਅਬਦਾਲੀ ਨੇ ਉਸਨੂੰ ਢਾਹ ਦਿੱਤਾ। ਪਰ ਸਿੰਘ ਫਿਰ ਵੀ ਪਿੱਛੇ ਨਹੀਂ ਹਟੇ, ਜਦੋਂ ਮੌਕਾ ਮਿਲਿਆ ਉਸਦੀ ਉਸਾਰੀ ਫਿਰ ਤੋਂ ਕਰ ਲਈ ਗਈ। ਇਸ ਤਰੀਕੇ ਨਾਲ ਸਿੰਘਾਂ ਨੂੰ ਇੱਕ ਬਹੁਤ ਵੱਡਾ ਸਬਕ ਦੇਣ ਦੀ ਉਮੀਦ ਲੈ ਕੇ ਆਇਆ ਅਹਿਮਦ ਸ਼ਾਹ ਅਬਦਾਲੀ। ਜਦੋਂ ਵਾਪਸ ਗਿਆ ਤਾਂ ਵੱਡੇ ਘੱਲੂਘਾਰੇ ਦੇ ਵਿੱਚ ਦੱਸਿਆ ਜਾਂਦਾ ਹੈ ਕਿ ਤਕਰੀਬਨ 30,000 ਦੇ ਕਰੀਬ 25 ਤੋਂ 30,000 ਦੇ ਕਰੀਬ ਸਿੰਘ ਸਿੰਘਣੀਆਂ ਬੱਚੇ ਸ਼ਹੀਦ ਹੋਏ ਸਨ ਤੇ ਦੂਜੇ ਪਾਸੇ 10 ਤੋਂ ਲੈ ਕੇ 15,000 ਦੇ ਕਰੀਬ ਅਫਗਾਨੀ ਜਿਹੜੇ ਸੀਗੇ ਉਹ ਵੀ ਮਾਰੇ ਗਏ ਸਨ। ਤੇ ਕਿਹਾ ਜਾ ਸਕਦਾ ਹੈ ਕਿ ਸਿੱਖ ਇਤਿਹਾਸ ਦੇ ਵਿੱਚ ਵੱਡੇ ਘੱਲੂਘਾਰੇ ਦਾ ਇੱਕ ਬਹੁਤ ਹੀ ਅਹਿਮ ਸਥਾਨ ਹੈ ਤੇ ਇੱਕ ਬਹੁਤ ਹੀ ਪ੍ਰੇਰਨਾਦਾਇਕ ਘਟਨਾ ਵੀ ਇਸ ਨੂੰ ਮੰਨਿਆ ਜਾ ਸਕਦਾ ਹੈ। ਬਿਲਕੁਲ ਜੀ। ਵੈਸੇ ਤਾਂ ਸਾਰੀ ਜ਼ਿੰਦਗੀ ਹੀ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਸਿੱਖਾਂ ਲਈ ਬਹੁਤ ਕੁਝ ਕੀਤਾ ਹੈ, ਪਰ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਪੜਾਅ ਤੇ ਉਹਨਾਂ ਨੇ ਇਹੋ ਜਿਹਾ ਕੀ ਕੀਤਾ ਜੋ ਸਿੱਖਾਂ ਲਈ ਮਿਸਾਲ ਬਣਿਆ? ਇੱਕ ਬਹੁਤ ਲਾਜ਼ਮੀ ਸਵਾਲ ਹੈ ਤੇ ਸਾਨੂੰ ਸਭ ਨੂੰ ਪਤਾ ਵੀ ਹੋਣਾ ਚਾਹੀਦਾ ਹੈ ਕਿ ਜ਼ਿੰਦਗੀ ਭਰ ਉਹ ਸਿੱਖ
ਧਰਮ ਦੇ ਲਈ, ਸਿੱਖ ਧਰਮ ਦੇ ਸਿਧਾਂਤਾਂ ਦੇ ਉੱਤੇ ਪਹਿਰਾ ਦਿੰਦੇ ਰਹੇ ਤੇ ਲੋਕਾਂ ਨੂੰ ਇੱਕ ਬਹੁਤ ਉੱਚੀ ਸਿੱਖਿਆ ਵੀ ਦਿੰਦੇ ਰਹੇ। ਪਰ ਜ਼ਿੰਦਗੀ ਦੇ ਆਖਰੀ ਮਰਹਲੇ ਦੇ ਵਿੱਚ ਉਹਨਾਂ ਨੇ ਕੁਝ ਇਹੋ ਜਿਹੇ ਕੰਮ ਵੀ ਕੀਤੇ ਜਿਹੜੇ ਕਿ ਲਾਜਵਾਬ ਸਨ ਤੇ ਉਹ ਮਿਸਾਲ ਵੀ ਬਣੇ। ਆਪਾਂ ਹੁਣੇ ਜ਼ਿਕਰ ਕਰ ਰਹੇ ਸੀਗੇ ਘੱਲੂਘਾਰੇ ਦਾ। ਜਦੋਂ ਦੂਜਾ ਘੱਲੂਘਾਰਾ, ਵੱਡਾ ਘੱਲੂਘਾਰਾ ਹੋਇਆ ਹੈ ਤਾਂ ਉਸ ਵੇਲੇ ਏਦਾਂ ਲੱਗਦਾ ਸੀਗਾ ਕਿ ਸ਼ਾਇਦ ਸਿੱਖ ਪੰਥ ਨੂੰ ਇੰਨੀ ਵੱਡੀ ਸੱਟ ਵੱਜ ਚੁੱਕੀ ਹੈ ਕਿ ਮੁੜ ਕੇ ਸਿਰ ਨਹੀਂ ਚੁੱਕਣਗੇ, ਪਰ ਅਜਿਹਾ ਨਹੀਂ ਹੋਇਆ। 1762 ਵਿੱਚ ਇਹ ਘਟਨਾ ਹੁੰਦੀ ਤੇ 1763 ਦੇ ਵਿੱਚ ਅਪ੍ਰੈਲ ਮਹੀਨੇ ਦੇ ਵਿੱਚ ਉਹ ਦਿੱਲੀ ਦੇ ਤਖਤ ਤੇ ਜਾ ਬੈਠਦੇ ਨੇ। ਇਹ ਕਿੱਡੀ ਵੱਡੀ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਦੇ ਨਾਲ ਸਰਦਾਰ ਜੱਸਾ ਸਿੰਘ ਰਾਮਗੜੀਆ ਵੀ ਸੀ, ਸਰਦਾਰ ਬਘੇਲ ਸਿੰਘ ਵੀ ਸੀਗੇ। ਇਸ ਦੇ ਵਿੱਚ ਨਾਲ ਸਰਦਾਰ ਬਘੇਲ ਸਿੰਘ ਦਾ ਬਹੁਤ ਵੱਡਾ ਰੋਲ ਸੀ ਜਦੋਂ ਇਹਨਾਂ ਨੇ ਜਾ ਕੇ ਦਿੱਲੀ ਦੇ ਸੁਲਤਾਨ ਦਾ ਤਖਤ ਖੋਇਆ ਹੈਗਾ। ਤੇ ਉੱਥੇ ਇੱਕ ਹੋਰ ਇੱਕ ਅਜੀਬ ਘਟਨਾ ਘਟੀ ਸੀ ਜਿਹੜੀ ਮੈਂ ਸਮਝਦਾ ਕਿ ਉਸ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਦਿੱਲੀ ਦੇ ਤਖਤ ਤੇ ਇਹਨਾਂ ਨੇ ਕਬਜ਼ਾ ਕਰ ਲਿਆ। ਜਥੇਦਾਰ ਰਾਮਗੜੀਆ ਜੀ ਉੱਥੇ ਸੀਗੇ, ਬਘੇਲ ਸਿੰਘ ਜੀ ਵੀ ਸੀਗੇ ਤੇ ਉੱਥੇ ਹੋਰ 2 ਜਥੇਦਾਰ ਵੀ ਸੀਗੇ। ਮੈਂ ਥੋੜਾ ਜਿਹਾ ਨਾਮ ਗਲਤ ਨਾ ਬੋਲਾਂ ਇਸ ਕਰਕੇ ਮੈਂ ਕਹਿ ਰਿਹਾ ਕਿ 2 ਜਥੇਦਾਰ ਸੀਗੇ। ਤੇ ਉਹਨਾਂ ਨੇ ਇਹਨਾਂ ਨੂੰ ਕਿਹਾ ਕਿ ਆਹ ਪਿਆ ਜੀ ਤਖਤ, ਤੇ ਇਸ ਤਖਤ ਦੇ ਉੱਤੇ ਹੁਣ ਤੁਸੀਂ ਸੁਲਤਾਨੁਲ ਕੌਮ ਦੀ ਉਪਾਧੀ ਤੁਹਾਡੇ ਕੋਲ ਆ ਹੀ ਚੁੱਕੀ ਹੈ ਤੇ ਤੁਸੀਂ ਇਸ ਤਖਤ ਤੇ ਬੈਠੋ। ਤਾਂ ਜੱਸਾ ਸਿੰਘ ਆਹਲੂਵਾਲੀਆ ਜੀ ਦਾ ਤੁਸੀਂ ਦੇਖੋ ਉਹਨਾਂ ਦੀ ਸੋਚ ਕਿੰਨੀ ਉੱਚੀ ਸੀਗੀ। ਉਹ ਕਹਿਣ ਲੱਗੇ ਕਿ ਸਿੱਖਾਂ ਦੇ ਵਿੱਚ ਤਖਤ ਦੇ ਉੱਤੇ ਬੈਠਣ ਦਾ ਤੇ ਰਿਵਾਜ ਹੀ ਨਹੀਂ ਹੈ, ਇਹ ਤਾਂ ਸਾਡੇ ਧਰਮ 'ਚ ਹੀ ਨਹੀਂ ਹੈ ਤੇ ਮੈਂ ਉਸ ਤਖਤ ਤੇ ਕਿਉਂ ਬੈਠਾਂ। ਫਿਰ ਜੱਸਾ ਸਿੰਘ ਰਾਮਗੜੀਆ ਨੇ ਵੀ ਇਹ ਕਿਹਾ ਸੀਗਾ ਕਿ ਠੀਕ ਹੈ, ਇਹ ਉਹੀ ਤਖਤ ਹੈ ਜਿਸ ਦੇ ਉੱਤੇ ਬੈਠ ਕੇ ਕਦੇ ਜਹਾਂਗੀਰ ਨੇ ਸਾਡੇ ਗੁਰੂਆਂ ਦੇ ਖਿਲਾਫ ਜਿਹੜੇ ਆਦੇਸ਼ ਦਿੱਤੇ, ਕਦੀ ਸਾਡੇ ਮਤਲਬ ਸਿੰਘਾਂ ਨੂੰ ਚਿਰਵਾਇਆ ਗਿਆ, ਕਦੇ ਕਿਸੇ ਤਰੀਕੇ ਨਾਲ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕਦੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਗਿਆ। ਇਸੇ ਤਖਤ ਤੇ ਬੈਠ ਕੇ ਜਿਹੜੇ ਉਹ ਫੈਸਲੇ ਲਏ ਜਾਂਦੇ ਸੀ ਤੇ ਫਿਰ ਇਹ ਤਖਤ ਸਾਡਾ ਲੱਗਦਾ ਵੀ ਕੀ ਹੈ। ਇਸ ਤਰੀਕੇ ਨਾਲ ਉਹ ਦਿੱਲੀ ਦੇ ਤਖਤ ਤੇ ਉਸ ਤਖਤ ਤੇ ਨਹੀਂ ਬੈਠੇ ਸਨ, ਪਰ ਇਹ ਜ਼ਰੂਰ ਹੈ ਕਿ ਉਹਨਾਂ ਨੇ 1762 ਦੀ ਘਟਨਾ ਤੋਂ ਬਾਅਦ 1 ਸਾਲ ਬਾਅਦ ਹੀ ਅਪ੍ਰੈਲ ਦੀ ਸ਼ਾਇਦ 7 ਤਰੀਕ ਸੀਗੀ, ਉਹ ਉਹਨਾਂ ਨੇ ਦਿੱਲੀ ਦੇ ਵਿੱਚ ਦਿੱਲੀ ਦੇ ਉੱਤੇ ਉਹਨਾਂ ਨੇ ਕਬਜ਼ਾ ਕਰ ਲਿਆ ਸੀ। ਇਹ ਉਹਨਾਂ ਦੀ ਜ਼ਿੰਦਗੀ ਦੇ ਆਖਰੀ ਮਰਹਲੇ ਦੀਆਂ ਕੁਝ ਘਟਨਾਵਾਂ। ਉਸ ਤੋਂ ਬਾਅਦ ਕੀ ਹੋਇਆ ਕਿ ਉਹਨਾਂ ਨੇ 1764 ਦੇ ਵਿੱਚ ਸਰਹੰਦ ਤੇ ਵੀ ਆ ਕੇ ਕਬਜ਼ਾ ਕੀਤਾ। ਹੁਣ ਸਰਹੰਦ ਜਿਹੜਾ ਹੈ ਸਿੱਖਾਂ ਦੇ ਲਈ ਇੱਕ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਥਾਂ ਹੈ ਜਿੱਥੇ ਗੁਰੂ ਸਾਹਿਬ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਇਆ ਗਿਆ ਸੀ ਤੇ ਉੱਥੇ ਦੇ ਨਵਾਬ ਵਜ਼ੀਰ ਖਾਨ ਨੂੰ ਤਾਂ ਖੈਰ ਬਾਬਾ ਬੰਦਾ ਸਿੰਘ ਬਹਾਦਰ ਨੇ ਸਜ਼ਾ ਦੇ ਦਿੱਤੀ ਸੀ, ਪਰ ਇਸ ਦੇ ਬਾਵਜੂਦ ਉਸ ਨੂੰ ਸਰਹੰਦ ਨੂੰ ਸਿੱਖ ਅੱਜ ਵੀ ਬਹੁਤ ਪਵਿੱਤਰ ਸਥਾਨ ਵੀ ਮੰਨਦੇ ਨੇ ਤੇ ਉਸ ਦੇ ਉੱਤੇ ਕਬਜ਼ਾ ਕਰਨਾ ਵੀ ਉਹ ਆਪਣਾ ਫਰਜ਼ ਸਮਝਦੇ ਸਨ, ਜੋ ਕਿ ਉਹਨਾਂ ਨੇ ਬਾਅਦ ਦੇ ਵਿੱਚ ਕਰ ਲਿਆ। ਇਹ 1764 ਦੀ ਗੱਲ ਹੈਗੀ ਹੈ। ਤੇ ਇਸ ਤਰ੍ਹਾਂ ਹੌਲੀ ਹੌਲੀ ਅੱਗੇ ਵਧਦੇ ਹੋਏ ਸਰਹੰਦ ਦੇ ਹਾਕਮ ਜੈਨ ਖਾਨ ਨੂੰ ਉਹਨਾਂ ਨੇ ਆਹਲੂਵਾਲੀਆ ਜੀ ਨੇ ਜਾਨੋਂ ਮਾਰ ਦਿੱਤਾ ਸੀਗਾ ਤਾਂ ਕਿ ਅੱਗੇ ਵਾਸਤੇ ਕੋਈ ਸਿਰ ਹੀ ਨਾ ਚੁੱਕੇ ਜੋ ਕਿ ਇੱਥੇ ਸਰਹੰਦ ਦੇ ਨਵਾਬੀ ਕਰ ਸਕੇ ਅਤੇ ਸਿੱਖਾਂ ਦੇ ਖਿਲਾਫ ਕੋਈ ਕਿਸੇ ਕਿਸਮ ਦਾ ਕੋਈ ਕਾਰਾ ਕਰ ਸਕੇ। ਤੇ ਇੱਕ ਚੀਜ਼ ਹੋਰ ਸੀ ਇੱਥੇ ਨੋਟ ਕਰਨ ਵਾਲੀ ਹੈਗੀ ਹੈ ਕਿ ਭੰਗੀ ਮਿਸਲ, ਕਨਈਆ ਮਿਸਲ, ਇਹਨਾਂ ਦੇ ਨਾਲ ਜੱਸਾ ਸਿੰਘ ਰਾਮਗੜੀਆ ਦਾ ਕੋਈ ਨਾ ਕੋਈ ਮੁਗਾਲਤਾ ਚੱਲਿਆ ਜਾਂਦਾ ਸੀਗਾ ਤੇ ਬਾਅਦ ਦੇ ਵਿੱਚ ਇਹਨਾਂ ਦੇ ਆਪਸ ਦੇ ਵਿੱਚ ਵੀ ਲੜਾਈ ਹੋਈ ਸੀ ਤੇ ਜੱਸਾ ਸਿੰਘ ਆਹਲੂਵਾਲੀਆ ਵਿੱਚ ਪਏ ਵੀ ਸੀਗੇ। ਉਹਨਾਂ ਨੇ ਹਾਲਾਂਕਿ ਜੱਸਾ ਸਿੰਘ ਰਾਮਗੜੀਆ ਦਾ ਕੁਝ ਇਲਾਕਾ ਉਸ ਤੋਂ ਪਹਿਲਾਂ ਖੋਹ ਵੀ ਲਿਆ ਸੀਗਾ ਤਾਂ ਬਾਅਦ ਦੇ ਵਿੱਚ ਉਸ ਨੂੰ ਇਲਾਕਾ ਤਾਂ ਛੱਡ ਦਿੱਤਾ ਸੀਗਾ ਕਿ ਉਹਨਾਂ ਨੇ ਆਪਸ ਦੇ ਵਿੱਚ ਉਹਨਾਂ ਦੀ ਸੰਧੀ ਜਾਂ ਸਹਿਮਤੀ ਕਰਵਾ ਦਿੱਤੀ ਸੀ। ਤੇ ਇਹ ਵੀ ਕਿ ਜੱਸਾ ਸਿੰਘ ਆਹਲੂਵਾਲੀਆ ਦਾ ਇੱਕ ਬਹੁਤ ਵੱਡਾ ਕਿਰਦਾਰ ਸੀ ਕਿ ਉਹ ਸਿੱਖ ਧਰਮ ਦੇ ਲਈ ਵਿੱਚ ਪੈ ਕੇ ਕੁਝ ਵੀ ਕਰਨ ਨੂੰ ਤਿਆਰ ਰਹਿੰਦੇ ਸਨ। ਹੁਣ ਜੱਸਾ ਸਿੰਘ ਆਹਲੂਵਾਲੀਆ ਜੀ ਨੇ ਅੰਮ੍ਰਿਤਸਰ ਸ਼ਹਿਰ ਦਾ ਪੁਨਰ ਨਿਰਮਾਣ ਕੀਤਾ। ਉੱਥੇ ਬਹੁਤ ਸਾਰੇ ਇਹੋ ਜਿਹੇ ਭਵਨ ਸਨ ਜਿਹੜੇ ਕਿ ਜਿਨ੍ਹਾਂ ਨੂੰ ਕਿ ਦੁਬਾਰਾ ਬਣਾਏ ਜਾਣ ਦੀ ਜ਼ਰੂਰਤ ਸੀ। ਸ਼ਹਿਰ ਨੂੰ ਇੱਕ ਨਵਾਂ ਰੂਪ ਦੇਣ ਵਾਸਤੇ ਉਹਨਾਂ ਨੇ ਕਾਫੀ ਕੰਮ ਕੀਤਾ ਤੇ ਅੰਮ੍ਰਿਤਸਰ ਦੇ ਵਿੱਚ ਹੀ ਇੱਕ ਆਹਲੂਵਾਲੀਆ ਬਾਜ਼ਾਰ ਦੀ ਸਥਾਪਨਾ ਕੀਤੀ ਜਿਹੜਾ ਕਿ ਅੱਜ ਵੀ ਇੱਥੇ ਕਾਇਮ ਹੈ। ਜੱਸਾ ਸਿੰਘ ਆਹਲੂਵਾਲੀਆ ਜੀ ਆਪਣੀ ਜ਼ਿੰਦਗੀ ਦੇ ਆਖਰੀ ਦੌਰ ਦੇ ਵਿੱਚ ਕੁਝ ਹੋਰ ਕੰਮ ਵੀ ਕਰਦੇ ਰਹੇ ਜਿਨ੍ਹਾਂ ਦੇ ਨਾਲ ਕਿ ਸਿੱਖਾਂ ਨੂੰ ਕਾਫੀ ਪ੍ਰੋਤਸਾਹਨ ਮਿਲਿਆ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਤਕਰੀਬਨ 60 ਸਾਲ ਸਿੱਖ ਧਰਮ ਦੀ ਸੇਵਾ ਕਰਨ ਦੇ ਦੌਰਾਨ ਉਹਨਾਂ ਨੇ ਆਪਣੇ ਲਈ ਕੁਝ ਵੀ ਅਜਿਹਾ ਨਹੀਂ ਮੰਗਿਆ। ਹਾਲਾਂਕਿ ਉਹ ਕਪੂਰਥਲਾ ਨੂੰ ਆਪਣੀ ਰਾਜਧਾਨੀ ਬਣਾ ਚੁੱਕੇ ਸਨ ਤੇ ਕਪੂਰਥਲਾ ਦੇ ਵਿੱਚ ਉਹਨਾਂ ਦੇ ਰਹਿੰਦਿਆਂ ਦਿਨ ਰਾਤ ਲੰਗਰ ਵੀ ਚੱਲਦਾ ਹੁੰਦਾ ਸੀਗਾ ਤੇ 60 ਸਾਲ ਦੀ ਜ਼ਿੰਦਗੀ ਬਿਤਾਉਣ ਤੋਂ ਬਾਅਦ ਆਖਰ 22 ਅਕਤੂਬਰ 1783 ਨੂੰ ਇਹ ਸਿੱਖ ਯੋਧਾ ਅੰਮ੍ਰਿਤਸਰ ਸਾਹਿਬ ਦੇ ਵਿੱਚ ਹੀ ਅਕਾਲ ਚਲਾਣਾ ਕਰ ਗਿਆ। ਜੱਸਾ ਸਿੰਘ ਆਹਲੂਵਾਲੀਆ
ਇੱਕ ਅਜਿਹੀ ਸ਼ਖਸੀਅਤ ਸਨ ਜਿਨ੍ਹਾਂ ਦਾ ਮੁਕਾਬਲਾ ਕਿਸੇ ਹੋਰ ਦੀ ਸ਼ਖਸੀਅਤ ਨਾਲ ਕੀਤਾ ਹੀ ਨਹੀਂ ਜਾ ਸਕਦਾ। ਜੀ ਤੇ ਇਹ ਵੀ ਕਿਹਾ ਜਾ ਸਕਦਾ ਹੈ ਕਿ ਸਿੱਖਾਂ ਦੇ ਧਰਮ ਨੂੰ ਅੱਗੇ ਵਧਾਉਣ ਵਾਸਤੇ ਜੀ ਤੇ ਸੁੱਤੀ ਪਈ ਕੌਮ ਨੂੰ ਜਗਾਉਣ ਵਾਸਤੇ ਜੋ ਕੁਝ ਉਹਨਾਂ ਨੇ ਕੀਤਾ ਹੋਰ ਸ਼ਾਇਦ ਕੋਈ ਦੂਜਾ ਨਹੀਂ ਕਰ ਸਕਿਆ। ਬਿਲਕੁਲ ਜੀ। ਸਰ ਇਹ ਵੀ ਕਿਹਾ ਜਾਂਦਾ ਹੈ ਕਿ ਦਿੱਲੀ ਤੇ ਨਿਸ਼ਾਨ ਸਾਹਿਬ ਲਹਿਰਾਉਣ ਵਾਲੇ ਪਹਿਲੇ ਸਿੱਖ ਜਥੇਦਾਰ ਜੱਸਾ ਸਿੰਘ ਆਹਲੂਵਾਲੀਆ ਜੀ ਸੀ। ਇਹ ਕਿਵੇਂ ਹੋਇਆ ਸੀ? ਇਹ ਬਿਲਕੁਲ ਸਹੀ ਗੱਲ ਹੈ ਜੀ। ਹਾਲਾਂਕਿ ਜਿਸ ਵੇਲੇ ਦਿੱਲੀ ਦੇ ਉੱਤੇ ਨਿਸ਼ਾਨ ਸਾਹਿਬ ਲਹਿਰਾਇਆ ਗਿਆ ਤਾਂ ਜੱਸਾ ਸਿੰਘ ਆਹਲੂਵਾਲੀਆ ਦੇ ਨਾਲ, ਜਿਵੇਂ ਕਿ ਮੈਂ ਪਹਿਲਾਂ ਦੱਸਿਆ, ਜੱਸਾ ਸਿੰਘ ਰਾਮਗੜੀਆ, ਬਘੇਲ ਸਿੰਘ ਤੇ ਰਾਏ ਸਿੰਘ ਆਦਿ ਸ਼ਾਮਲ ਸਨ। ਪਰ ਨਿਸ਼ਾਨ ਸਾਹਿਬ ਲਹਿਰਾਉਣ ਦਾ ਜਿਹੜਾ ਕਿ ਸ਼ਰਫ ਹੈ ਉਹ ਉਹਨਾਂ ਨੂੰ ਹੀ ਪ੍ਰਾਪਤ ਹੈ, ਜੱਸਾ ਸਿੰਘ ਆਹਲੂਵਾਲੀਆ। ਤੇ ਉਹਨਾਂ ਨੇ ਉਸ ਤਖਤ ਤੇ ਬੈਠਣ ਤੋਂ ਇਸ ਕਰਕੇ ਨਾ ਕਰ ਦਿੱਤੀ ਸੀ ਕਿ ਸਿੱਖੀ ਸਰੂਪ ਦੇ ਵਿੱਚ ਜਾਂ ਸਿੱਖ ਪੰਥ ਦੇ ਵਿੱਚ ਅਜਿਹਾ ਕੋਈ ਸਿਧਾਂਤ ਨਹੀਂ ਹੈ। ਪਰ ਉਸ ਦੇ ਨਾਲ ਦੀ ਗੱਲ ਹੋਰ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਜਿਸ ਵੇਲੇ ਉਹਨਾਂ ਨੇ ਉਸ ਤਖਤ ਤੇ ਬੈਠਣ ਤੋਂ ਨਾ ਕੀਤੀ ਸੀ ਤਾਂ ਜੱਸਾ ਸਿੰਘ ਰਾਮਗੜੀਆ ਨੇ ਉਸ ਤਖਤ ਨੂੰ ਸੰਗਲ ਪਵਾ ਕੇ ਉੱਥੋਂ ਖਿਚਵਾ ਕੇ ਅੰਮ੍ਰਿਤਸਰ ਲੈ ਆਂਦਾ ਸੀਗਾ, ਸਿਰਫ ਇਹ ਦਿਖਾਉਣ ਦੇ ਲਈ ਕਿ ਜਦੋਂ ਸਿੱਖ ਇੱਥੇ ਆ ਕੇ ਦੇਖਣ ਇੱਥੇ ਤੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਇਹ ਹੈ ਉਹ ਤਖਤ ਜਿਹਦੇ ਉੱਤੇ ਬੈਠ ਕੇ ਸਾਡੇ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲਾਉਣ ਦੀ ਜਿਹੜੀ ਸਜ਼ਾ ਸੁਣਾਈ ਗਈ ਸੀਗੀ, ਤਾਂ ਇਸ ਤਖਤ ਤੇ ਬੈਠ ਕੇ ਸੁਣਾਈ ਗਈ ਸੀਗੀ। ਹੁਣ ਇੱਕ ਪਾਸੇ ਤਾਂ ਅਸੀਂ ਇਹ ਕਹਿ ਸਕਦੇ ਹਾਂ ਸਰਦਾਰ ਬਘੇਲ ਸਿੰਘ ਜਿਹੜੇ ਸੀਗੇ, ਵੈਸੇ ਨਿਸ਼ਾਨ ਸਾਹਿਬ ਇਹ ਵੀ ਕਿਹਾ ਜਾਂਦਾ ਕਿ ਸਰਦਾਰ ਬਘੇਲ ਸਿੰਘ ਦੇ ਹੱਥ ਤੇ ਸੀਗਾ ਤੇ ਪਰ ਉਸ ਨੂੰ ਉੱਤੇ ਜਾ ਕੇ ਨਿਸ਼ਾਨ ਸਾਹਿਬ ਫਹਿਰਾਉਣ ਦੇ ਲਈ ਕਿਹਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨਹੀਂ ਸੀ। ਤੇ ਅਸੀਂ ਕਹਿ ਸਕਦੇ ਹਾਂ ਕਿ ਉਹ ਸਿੱਖਾਂ ਦੇ ਇੱਕ ਅਜਿਹੇ ਨੇਤਾ ਸਨ ਜਿਨ੍ਹਾਂ ਨੇ ਜੇਕਰ ਲਾਹੌਰ ਫਤਿਹ ਕੀਤਾ ਸੀ ਤਾਂ 11 ਮਾਰਚ 1783 ਨੂੰ ਉਹਨਾਂ ਨੇ ਦਿੱਲੀ ਦੇ ਵਿੱਚ ਝੰਡਾ ਫਹਿਰਾਇਆ ਸੀ। ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਸਾਰਾ ਜੀਵਨ ਬਹੁਤ ਹੀ ਦਲੇਰੀ ਦੇ ਕਾਰਨਾਮਿਆਂ ਨਾਲ ਭਰਿਆ ਹੋਇਆ ਸੀ। ਲੇਕਿਨ ਇਸ ਤੋਂ ਬਾਅਦ ਕੀ ਹੋਇਆ? ਇਹ ਕਿਹਾ ਜਾਂਦਾ ਹੈ ਕਿ ਉਹਨਾਂ ਤੋਂ ਬਾਅਦ ਸ਼ਾਇਦ ਉਹਨਾਂ ਦੀ ਰਿਆਸਤ ਜਿਹੜੀ ਸੀਗੀ, ਉਹਨਾਂ ਦੀ ਜਿਹੜੀ ਮਿਸਲ ਸੀਗੀ ਉਹ ਥੋੜੀ ਕਮਜ਼ੋਰ ਹੋ ਗਈ ਸੀ, ਕਿਉਂਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ ਆਪਣੀ ਕੋਈ ਔਲਾਦ ਨਹੀਂ ਸੀ, ਕੋਈ ਪੁੱਤਰ ਨਹੀਂ ਸੀ ਜਿਹੜਾ ਕਿ ਅੱਗੇ ਉਹਨਾਂ ਦੇ ਗੱਦੀ ਨੂੰ ਸੰਭਾਲ ਸਕਦਾ। ਉਹਨਾਂ ਨੇ ਆਪਣੇ ਚਾਚੇ ਦੇ ਪੁੱਤਰ ਯਾਨੀ ਚਚੇਰੇ ਭਰਾ ਨੂੰ, ਭਾਗ ਸਿੰਘ ਨੂੰ ਆਪਣੀ ਗੱਦੀ ਦਿੱਤੀ ਆਪਣੇ ਜਾਣ ਤੋਂ ਪਹਿਲਾਂ। ਪਰ ਭਾਗ ਸਿੰਘ ਜਿਹੜਾ ਸੀਗਾ ਉਹ ਮਤਲਬ ਉਸ ਚੀਜ਼ ਨੂੰ ਉਸ ਤਰ੍ਹਾਂ ਕਾਇਮ ਨਹੀਂ ਰੱਖ ਸਕਿਆ, ਨਾ ਤਾਂ ਉਸ ਰਿਵਾਇਤ ਨੂੰ ਕਾਇਮ ਰੱਖ ਸਕਿਆ ਤੇ ਨਾ ਹੀ ਮਿਸਲ ਨੂੰ ਉਸ ਤਰੀਕੇ ਨਾਲ ਸੰਭਾਲ ਸਕਿਆ ਜਿਸ ਤਰ੍ਹਾਂ ਕਿ ਸੰਭਾਲਿਆ ਜਾਣਾ ਚਾਹੀਦਾ ਸੀ। ਭਾਗ ਸਿੰਘ ਦਾ ਆਪਣੇ ਨੇੜੇ ਤੇੜੇ ਦੇ ਇਲਾਕੇ ਦੇ ਜਿਹੜੇ ਮਿਸਲਦਾਰ ਸੀ ਉਹਨਾਂ ਨਾਲ ਅਕਸਰ ਝਗੜਾ ਹੁੰਦਾ ਰਹਿੰਦਾ ਸੀ ਤੇ ਉਹਨਾਂ ਨੇ ਝਗੜਾ ਤਾਂ ਜੱਸਾ ਸਿੰਘ ਰਾਮਗੜੀਆ ਨਾਲ ਵੀ ਲਿਆ ਤੇ ਰਾਮਗੜੀਆ ਜਿਹੜੇ ਸੀਗੇ ਉਹ ਉਹਨਾਂ ਨਾਲੋਂ ਜ਼ਿਆਦਾ ਤਾਕਤਵਰ ਸੀਗੇ, ਇਸ ਕਰਕੇ ਉਹਨਾਂ ਨੇ ਭਾਗ ਸਿੰਘ ਨੂੰ ਹਰਾਇਆ ਵੀ। ਤੇ ਮਗਰੋਂ ਰਾਮਗੜੀਏ ਨੇ ਇੱਕ ਕੰਮ ਹੋਰ ਕੀਤਾ। ਉਹਨਾਂ ਨੇ ਕੀ ਕੀਤਾ ਕਿ ਕਾਂਗੜੇ ਦੇ ਰਾਜਾ ਸੰਸਾਰ ਚੰਦ ਦੇ ਦਾ ਜਿਹੜਾ ਵਜ਼ੀਰ ਸੀਗਾ ਹਮੀਰ ਸਿੰਘ, ਉਹਦੇ ਨਾਲ ਗੱਠ ਕਰਕੇ ਉਹਨਾਂ ਨੇ ਕਿਹਾ ਕਿ ਜੇਕਰ ਤੁਸੀਂ ਸਾਡਾ ਸਾਥ ਦਿਓ ਤਾਂ ਅਸੀਂ ਬਾਕੀ ਮਿਸਲਾਂ ਦੇ ਉੱਤੇ ਕਬਜ਼ਾ ਕਰ ਸਕਦੇ ਹਾਂ। ਉਹਨਾਂ ਦੇ ਨਾਲ ਇਹ ਗੱਲ ਹੋ ਚੁੱਕੀ ਸੀਗੀ ਕਿ ਰਵਾਇਤ ਜੀ ਪੈ ਗਈ ਸੀਗੀ ਕਿ ਸਿੱਖਾਂ ਦੇ ਵਿੱਚ ਜਿਹੜੀਆਂ ਮਿਸਲਾਂ ਸੀਗੀਆਂ ਉਹ ਵੀ ਆਪਣੇ ਆਪ ਨੂੰ ਤਾਕਤਵਰ ਸਿੱਧ ਕਰਨ ਦੇ ਲਈ ਆਪਣੇ ਨੇੜੇ ਦੇ ਖੇਤਰਾਂ ਦੇ ਉੱਤੇ ਹਮਲੇ ਕਰ ਲੈਂਦੀਆਂ ਸੀ। ਪਰ ਹਾਲਾਂਕਿ ਸਰਬੱਤ ਖਾਲਸਾ ਦੇ ਵਿੱਚ ਜਾ ਕੇ ਇਹਨਾਂ ਦਾ ਫੈਸਲਾ ਹੋ ਜਾਂਦਾ ਸੀ ਤੇ ਇਹ ਗੱਲ ਜਿਹੜੀ ਹੈ ਉਹ ਦਬੀ ਵੀ ਰਹਿੰਦੀ ਸੀ। ਹੁਣ ਕੀ ਹੋਇਆ ਕਿ ਰਾਮਗੜੀਏ ਨੇ ਕਾਂਗੜੇ ਦੇ ਰਾਜੇ ਸੰਸਾਰ ਚੰਦ ਨਾਲ ਮਿਲ ਕੇ ਹਮੀਰ ਸਿੰਘ ਦੀ ਮਤਲਬ ਰਹਿਨਮਾਈ ਦੇ ਵਿੱਚ ਇੱਕ ਫੌਜ ਖੜੀ ਕਰਕੇ ਤੇ ਭਾਗ ਸਿੰਘ ਨੂੰ ਜਿਹੜਾ ਹੈ ਉਹ ਹਰਾਇਆ। ਤੇ ਭਾਗ ਸਿੰਘ ਜਿਹੜਾ ਹੈਗਾ ਉੱਥੋਂ ਪਹਿਲਾਂ ਤਾਂ ਇੱਕ ਵਾਰੀ ਆ ਗਿਆ ਸੀਗਾ, ਮਗਰੋਂ ਫਿਰ ਹੋਰ ਫੌਜ ਲੈ ਕੇ ਜਦੋਂ ਵਾਪਸ ਗਿਆ ਹੈਗਾ ਤਾਂ ਉਹ ਰਸਤੇ ਦੇ ਵਿੱਚ ਉਹਨੂੰ ਕਹਿੰਦੇ ਨੇ ਕਿ ਫਗਵਾੜੇ ਦੇ ਕੋਲ ਨੂੰ ਬਹੁਤ ਜ਼ਿਆਦਾ ਬੁਖਾਰ ਚੜਿਆ ਤੇ ਉਸ ਬੁਖਾਰ ਦੇ ਦੌਰਾਨ ਹੀ ਉਸ ਦੀ ਮੌਤ ਹੋ ਗਈ। ਤੇ ਇਸ ਤਰੀਕੇ ਨਾਲ ਇਹ ਕਿਹਾ ਜਾ ਸਕਦਾ ਹੈ ਕਿ ਹੁਣ ਹੌਲੀ ਹੌਲੀ ਜੱਸਾ ਸਿੰਘ ਆਹਲੂਵਾਲੀਆ ਦੀ ਉਸ ਮਿਸਲ ਦਾ ਪ੍ਰਭਾਵ ਜਿਹੜਾ ਹੈ ਉਹ ਘੱਟ ਹੋਣ ਲੱਗ ਪਿਆ ਸੀ। ਸਰ ਸਰਦਾਰ ਭਾਗ ਸਿੰਘ ਜੀ ਦੀ ਮੌਤ ਤੋਂ ਬਾਅਦ ਮਿਸਲ ਦਾ ਕੀ ਹੋਇਆ? ਸਰਦਾਰ ਭਾਗ ਸਿੰਘ ਦੀ ਮੌਤ ਤੋਂ ਬਾਅਦ 1801 ਦੇ ਵਿੱਚ ਉਹਨਾਂ ਦਾ ਇਕਲੌਤਾ ਪੁੱਤਰ ਫਤਿਹ ਸਿੰਘ ਜਿਹੜਾ ਹੈ ਉਸ ਗੱਦੀ ਤੇ ਬੈਠਿਆ। ਫਤਿਹ ਸਿੰਘ ਹਾਲਾਂਕਿ ਕਿਹਾ ਜਾਂਦਾ ਹੈ ਕਿ ਕਾਫੀ ਸਿਆਣਾ ਸੀ, ਸਮਝਦਾਰ ਸੀ, ਪਰ ਫਿਰ ਵੀ ਕੁਝ ਗੱਲਾਂ ਉਸ ਵੇਲੇ ਇਹੋ ਜਿਹੀਆਂ ਵਾਪਰ ਰਹੀਆਂ ਸਨ ਜਿਸ ਦੇ ਨਾਲ ਉਹ ਸ਼ਾਇਦ ਕਿਤੇ ਨਾ ਕਿਤੇ ਉਹ ਧੋਖਾ ਖਾ ਬੈਠਾ। ਹੋਇਆ ਇਹ ਕਿ ਉਹਨਾਂ ਨੇ ਹੌਲੀ ਹੌਲੀ ਫਤਿਹ ਸਿੰਘ ਨੇ ਰਣਜੀਤ ਸਿੰਘ ਦੇ ਨਾਲ ਜਿਹੜਾ ਹੈ ਉਹ ਹੱਥ ਮਿਲਾ ਲਿਆ ਸੀ। ਉਹਨਾਂ ਦੋਨਾਂ ਦੇ ਵਿੱਚ ਆਪਸ ਦੇ ਵਿੱਚ ਸੰਧੀ ਹੋ ਗਈ
ਹੁਣ ਰਣਜੀਤ ਸਿੰਘ ਔਰ ਫਤਿਹ ਸਿੰਘ ਦੀ ਇਹ ਸੰਧੀ ਜਿਹੜੀ ਸੀਗੀ ਉਹ ਇਸ ਰੂਪ ਸਾਹਮਣੇ ਆਈ ਕਿ ਨਾ ਤਾਂ ਉਹ ਇੱਕ ਦੂਜੇ ਦੀ ਮਿਸਲ ਦੇ ਵਿੱਚ ਕੋਈ ਹਮਲਾ ਕਰਨਗੇ, ਨਾ ਕੋਈ ਜ਼ਿਆਦਤੀ ਕਰਨਗੇ, ਕੋਈ ਲੁੱਟ ਖਸੁੱਟ ਨਹੀਂ ਹੋਏਗੀ, ਤੇ ਨਾਲ ਉਹ ਇੱਕ ਦੂਜੇ ਨੂੰ ਬਰਾਬਰ ਦਾ ਦਰਜਾ ਦੇਣਗੇ। ਇਹ ਵੀ ਦੱਸਿਆ ਜਾਂਦਾ ਕਿ ਇਹਨਾਂ ਦੋਵਾਂ ਨੇ ਇਹ ਸੰਧੀ ਨੂੰ ਸਿਰੇ ਚਾੜਨ ਦੇ ਲਈ ਤਰਨਤਾਰਨ ਦੇ ਵਿੱਚ ਸਰੋਵਰ ਦੇ ਕੋਲ ਇੱਕ ਉੱਥੇ ਕੋਈ ਥੋੜੀ ਦੇਰ ਵਾਸਤੇ ਇੱਕ ਕੋਈ ਵਿਉਂਤ ਬਣਾਈ ਤੇ ਉੱਥੇ ਇਕੱਠੇ ਬੈਠ ਕੇ ਇਸ ਨੂੰ ਪੁਖਤਾ ਕਰਨ ਦੇ ਲਈ ਆਪਸ ਦੇ ਵਿੱਚ ਪੱਗਾਂ ਵਟਾਈਆਂ ਤੇ ਪੱਗ ਵੱਟ ਭਰਾ ਬਣ ਗਏ। ਹੁਣ ਇਹ ਉਹਨਾਂ ਦੀ ਵਿਉਂਤ ਬੰਦੀ ਉਸ ਵੇਲੇ ਤਾਂ ਚਲੋ ਸਫਲ ਸੀਗੀ ਕਿ ਦੋਨੇ ਆਪਸ ਦੇ ਵਿੱਚ ਪੱਗ ਵੱਟ ਭਰਾ ਬਣ ਗਏ ਤੇ ਉਹਨਾਂ ਨੇ ਇਸ ਤਰੀਕੇ ਦੇ ਨਾਲ ਮਤਲਬ ਇਹ ਤੈਅ ਕਰ ਲਿਆ ਕਿ ਉਹ ਇੱਕ ਦੂਜੇ ਦੀ ਰਿਆਸਤ ਦੇ ਵਿੱਚ ਕਿਸੇ ਕਿਸਮ ਦੀ ਕੋਈ ਦਖਲ ਅੰਦਾਜ਼ੀ ਬਿਲਕੁਲ ਨਹੀਂ ਕਰਨਗੇ। ਪਰ ਮਗਰੋਂ ਦੱਸਿਆ ਇਹ ਜਾਂਦਾ ਹੈ ਕਿ ਰਣਜੀਤ ਸਿੰਘ ਨੇ ਇਸ ਚੀਜ਼ ਦਾ ਲਾਹਾ ਲਿਆ। ਰਣਜੀਤ ਸਿੰਘ ਬਾਰੇ ਕਿਹਾ ਜਾਂਦਾ ਕਿ ਉਸਨੇ ਫਤਿਹ ਸਿੰਘ ਨੂੰ ਇੱਕ ਪੌੜੀ ਦੇ ਵਾਂਗ ਇਸਤੇਮਾਲ ਕੀਤਾ, ਜਿਹਦੇ ਇੱਕ ਪੈਰ ਤੇ ਇੱਕ ਥਾਂ ਤੇ ਪੈਰ ਰੱਖ ਕੇ ਅੱਗੇ ਜਿਵੇਂ ਆਦਮੀ ਵੱਧ ਜਾਂਦਾ ਹੈਗਾ ਤੇ ਫਤਿਹ ਸਿੰਘ ਨੂੰ ਪੌੜੀ ਵਾਂਗ ਵਰਤ ਕੇ ਰਣਜੀਤ ਸਿੰਘ ਅੱਗੇ ਵੱਧਦਾ ਚਲੇ ਗਿਆ ਤਾਂ ਉਹਨਾਂ ਨੇ ਨੇੜੇ ਤੇੜੇ ਦੀ ਮਿਸਲਾਂ ਤੇ ਵੀ ਕਬਜ਼ਾ ਕਰ ਲਿਆ। ਪਰ ਇਸ ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਨਾਲ ਵੀ ਸੰਧੀ ਕਰ ਲਈ। ਹਾਲਾਂਕਿ ਕਿਹਾ ਇਹ ਵੀ ਜਾਂਦਾ ਹੈ ਕਿ ਜਿਸ ਵੇਲੇ ਅੰਗਰੇਜ਼ਾਂ ਦੇ ਨਾਲ ਮਹਾਰਾਜਾ ਰਣਜੀਤ ਸਿੰਘ ਦੀ ਸੰਧੀ ਹੋਈ ਹੈ ਤਾਂ ਉਸ ਸੰਧੀ ਦੇ ਉੱਤੇ ਹਸਤਾਖਰ ਕਰਨ ਸਮੇਂ ਫਤਿਹ ਸਿੰਘ ਵੀ ਉੱਥੇ ਮੌਜੂਦ ਸੀ। ਕਿਹਾ ਮਤਲਬ ਇਹ ਸੋਚਿਆ ਜਾਣਾ ਚਾਹੀਦਾ ਕਿ ਜੇਕਰ ਫਤਿਹ ਸਿੰਘ ਉੱਥੇ ਮੌਜੂਦ ਸੀ ਤਾਂ ਸਾਰੇ ਅਧਿਕਾਰ ਉਸ ਨੂੰ ਵੀ ਮਿਲਣੇ ਚਾਹੀਦੇ ਸਨ, ਪਰ ਅੰਗਰੇਜ਼ਾਂ ਨੇ ਵਾਧੂ ਅਧਿਕਾਰ ਦਿੱਤੇ ਮਹਾਰਾਜਾ ਰਣਜੀਤ ਸਿੰਘ ਨੂੰ ਤੇ ਫਤਿਹ ਸਿੰਘ ਜਿਹੜਾ ਸੀਗਾ ਉਹ ਹੌਲੀ ਹੌਲੀ ਇੱਕ ਕਪੂਰਥਲਾ ਤੱਕ ਜਿਹੜਾ ਹੈ ਉਹ ਸੀਮਿਤ ਰਹਿ ਗਿਆ। ਤੇ ਹੁਣ ਤੁਸੀਂ ਇਹ ਮੰਨ ਕੇ ਚੱਲ ਸਕਦੇ ਹੋ ਕਿ ਜੇਕਰ ਕਪੂਰਥਲਾ ਦੀ ਰਿਆਸਤ ਦਾ ਕੋਈ ਆਖਰੀ ਸਹੀ ਵਾਰਿਸ ਸੀਗਾ ਤਾਂ ਉਹ ਫਤਿਹ ਸਿੰਘ ਹੀ ਸਨ। ਸਰ ਕੁਝ ਮਿਸਲਾਂ ਦੇ ਜਿਹੜੇ ਵੰਸ਼ਜ ਨੇ ਅਜੇ ਵੀ ਮੌਜੂਦ ਦੱਸੇ ਜਾਂਦੇ ਨੇ ਤੇ ਕੀ ਆਹਲੂਵਾਲੀਆ ਮਿਸਲ ਦਾ ਵੀ ਕੋਈ ਵਾਰਿਸ ਅਜੇ ਹੈ? ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹਾਲੇ ਵੀ। ਜਿਵੇਂ ਕਿ ਸਿਰਫ ਤੁਸੀਂ ਕਪੂਰਥਲਾ ਮਿਸਲ ਦੀ ਗੱਲ ਨਾ ਕਰੋ, ਜੇਕਰ ਤੁਸੀਂ ਫੂਲਕੀਆਂ ਮਿਸਲ ਦੀ ਗੱਲ ਕਰਦੇ ਹੋ ਜਿੱਦਾਂ ਕਿ ਕੈਪਟਨ ਅਮਰਿੰਦਰ ਸਿੰਘ ਹਾਲੇ ਵੀ ਉਸੇ ਮਿਸਲ ਦੇ ਵੰਸ਼ਜ ਨੇ। ਇਸ ਤਰੀਕੇ ਦੇ ਨਾਲ ਫਤਿਹ ਸਿੰਘ ਜੀ ਜਿਹੜੇ ਸੀਗੇ ਹਾਲਾਂਕਿ ਉਹ ਕਪੂਰਥਲਾ ਮਿਸਲ ਦੇ ਜਾਂ ਇਹ ਕਹਿ ਲਓ ਕਿ ਜੱਸਾ ਸਿੰਘ ਆਹਲੂਵਾਲੀਆ ਮਿਸਲ ਦੇ ਆਖਰੀ ਵਾਰਿਸ ਸਨ ਪੂਰੇ ਤੌਰ ਤੇ, ਪਰ ਉਸ ਤੋਂ ਬਾਅਦ ਵੀ ਇਹਨਾਂ ਦੇ ਜਿਹੜੇ ਵਾਰਿਸ ਹੈਗੇ ਨੇ ਉਹ 1947 ਤੱਕ ਕਾਗਜ਼ਾਂ ਦੇ ਵਿੱਚ ਕਾਇਮ ਰਹੇ ਨੇ। ਉਹ ਜਿਹੜੇ ਜਗਜੀਤ ਸਿੰਘ ਸੀਗੇ ਜਿਹੜੇ ਜੀਸੀਟੀ ਮਿਲ ਵਾਲੇ ਨੇ, ਜਿਨ੍ਹਾਂ ਨੇ ਕੱਪੜੇ ਦੀ ਮਿਲ ਵੀ ਸੀਗੀ ਤੇ ਜਿਨ੍ਹਾਂ ਦੇ ਸ਼ਰਾਬ ਦੀਆਂ ਬਹੁਤ ਵੱਡੀਆਂ ਫੈਕਟਰੀਆਂ ਵੀ ਜਿਹਨਾਂ ਸੀਗੀਆਂ, ਉਹ ਇਹਨਾਂ ਦੇ ਵੰਸ਼ਜ ਸਨ। ਤੇ ਇਹ ਤੁਸੀਂ ਦੇਖ ਲਓ ਕਿ ਉਸ ਤੋਂ ਬਾਅਦ ਇਸ ਵੇਲੇ ਵੀ ਕਪੂਰਥਲਾ ਦੀ ਰਿਆਸਤ ਦੀ ਵੰਡ ਨੂੰ ਲੈ ਕੇ ਉਹਦੇ ਵਿੱਚ ਹਿੱਸੇਦਾਰੀ ਨੂੰ ਲੈ ਕੇ ਕੁਝ ਕੇਸ ਹਾਲੇ ਵੀ ਚੱਲ ਰਹੇ ਨੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਆਹਲੂਵਾਲੀਆ ਮਿਸਲ ਕਿਸੇ ਨਾ ਕਿਸੇ ਰੂਪ ਦੇ ਵਿੱਚ ਅੱਜ ਵੀ ਕਾਇਮ ਹੈ। ਤੇ ਇਹ ਸੀ ਸਦਾ ਜੱਸਾ ਸਿੰਘ ਆਹਲੂਵਾਲੀਆ ਦੀ ਮਿਸਲ ਬਾਰੇ ਇੱਕ ਜਾਣਕਾਰੀ। ਤੇ ਬਹੁਤ ਕੋਸ਼ਿਸ਼ ਕੀਤੀ ਗਈ ਹੈ ਕਿ ਇਹਦੇ ਜੋ ਤਾਰੀਖਾਂ ਜੋ ਵੀ ਸਥਾਨ ਨੇ ਉਹਨਾਂ ਦਾ ਸਹੀ ਤਰੀਕੇ ਨਾਲ ਵਰਣਨ ਕੀਤਾ ਜਾਵੇ। ਪਰ ਕਈ ਵਾਰੀ ਕੀ ਹੁੰਦਾ ਹੈ ਕਿ ਜਿਹੜਾ ਲੇਖਕ ਹੈਗਾ ਉਹ ਕਿਉਂਕਿ ਇਸ ਵੇਲੇ ਜਿੰਨੀਆਂ ਵੀ ਕਿਤਾਬਾਂ ਸਾਡੇ ਕੋਲ ਇੱਥੇ ਮੌਜੂਦ ਨੇ, ਜਿੰਨੀਆਂ ਵੀ ਸਾਨੂੰ ਦਸਤਿਆਬ ਹਨ, ਉਹਨਾਂ 'ਚੋਂ ਕੋਈ ਵੀ ਲੇਖਕ ਉਹਨਾਂ ਦਾ ਸਮਕਾਲੀ ਨਹੀਂ ਸੀ, ਉਹਨਾਂ ਦੇ ਸਮੇਂ ਦਾ ਹਾਣੀ ਨਹੀਂ ਸੀ। ਇਸ ਕਰਕੇ ਜੋ ਕੁਝ ਵੀ ਇਹਨਾਂ ਲੇਖਕਾਂ ਨੇ ਜੁਟਾਇਆ ਹੈ, ਲਿਖਿਆ ਹੈ, ਜਾਂ ਜਿੱਥੋਂ ਵੀ ਇਹਨਾਂ ਨੇ ਕੁਝ ਉਲਥਾ ਕੀਤਾ ਹੈ ਜਾਂ ਜੋ ਵੀ ਇਹਨਾਂ ਨੇ ਕੰਟੈਂਟ ਕਿਸੇ ਜਗ੍ਹਾ ਤੋਂ ਲਿਆ ਹੈ, ਤਾਂ ਇੱਕ ਦੂਜੇ ਦੇ ਨਾਲ ਉਹ ਕੰਟੈਂਟ ਕਿਤੇ ਨਾ ਕਿਤੇ ਟਕਰਾ ਵੀ ਜਾਂਦਾ ਹੈ। ਤੇ ਇਸ ਕਰਕੇ ਅਸੀਂ ਆਪਣੇ ਦਰਸ਼ਕਾਂ ਤੋਂ ਇਸ ਚੀਜ਼ ਦੀ ਮਾਜ਼ਰਤ ਚਾਹਾਂਗੇ, ਮਾਫੀ ਚਾਹਾਂਗੇ ਕਿ ਜੇਕਰ ਤੁਹਾਨੂੰ ਕਿਸੇ ਕਿਸਮ ਦਾ ਕੋਈ ਇਸ ਤਰ੍ਹਾਂ ਦਾ ਭੁਲੇਖਾ ਲੱਗਦਾ ਹੈ ਤਾਂ ਉਸ ਦੀ ਕਿਰਪਾ ਕਰਕੇ ਖੋਜ ਪੜਤਾਲ ਕਰ ਲਈ ਜਾਵੇ। ਸਤਿ ਸ਼੍ਰੀ ਅਕਾਲ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਨੂੰ ਇਹ ਮਹੱਤਵਪੂਰਨ ਜਾਣਕਾਰੀ ਦੇਣ ਬਾਰੇ। ਕਿ ਤੁਸੀਂ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਸਾਨੂੰ ਇਹ ਜਾਣਕਾਰੀ ਦਿੱਤੀ, ਸਾਡੇ ਦਰਸ਼ਕਾਂ ਨਾਲ ਇਹ ਜਾਣਕਾਰੀ ਸਾਂਝੀ ਕੀਤੀ। ਸਤਿ ਸ਼੍ਰੀ ਅਕਾਲ। ਸੋ ਦਰਸ਼ਕੋ ਹੁਣ ਦੋ ਇਜਾਜ਼ਤ, ਜਲਦੀ ਹੀ ਤੁਹਾਡੇ ਨਾਲ ਇੱਕ ਨਵੇਂ ਐਪੀਸੋਡ ਲੈ ਕੇ ਤੇ ਨਵੀਂ ਜਾਣਕਾਰੀ ਲੈ ਕੇ ਹਾਜ਼ਰ ਹੋਵਾਂਗੇ। ਉਦੋਂ ਤੱਕ ਸਾਡੀ ਅੱਜ ਦੀ ਦਿੱਤੀ ਹੋਈ ਜਾਣਕਾਰੀ ਦੂਸਰੀ ਮਿਸਲ ਬਾਰੇ, ਆਹਲੂਵਾਲੀਆ ਮਿਸਲ ਬਾਰੇ ਤੁਸੀਂ ਆਪਣੇ ਬੱਚਿਆਂ ਨਾਲ, ਆਪਣੇ ਪਰਿਵਾਰ ਨਾਲ, ਆਪਣੇ ਰਿਸ਼ਤੇਦਾਰਾਂ ਨਾਲ ਜ਼ਰੂਰ ਸਾਂਝੀ ਕਰੋ। ਤੇ ਸਾਨੂੰ ਦੋ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।